सत श्री अकाल जी। मैं हरमन वालिया एम लाइव टीवी ते स्वागत करदी हाँ सारे दर्शकों का। कहते जी लिखना एक गिफ्ट है जो रब वालों एक दात है, बट ये जी सुपर पावर रब वालों दी जाती है उसनों तराशना आपां नूं खुद नूं ही पैंदा है। तो अज जो साडी इंटरव्यू होएगी एक अजिहे शायर दे नाल अध्यापक भी ने ओह जो कि है उन्होंने स्टार्ट किया सी लिखना बहुत ही छोटी उम्र दे विच, ते अज उन्हां नाल आपां गलबात साझी करांगे। तो जिहड़े नवे शायर ने राइटर्स ने तो उन्हां दे लई भी बहुत ही फायदेमंद होने वाली है इंटरव्यू। सो मेरी मुराद सरदार सुरिंदरप्रीत सिंह घणिया। सत श्री अकाल सर। सत श्री अकाल हरमन जी। मेरे वालों एम लाइव टीवी के सारे दर्शकों नूं प्यार भरी सत श्री अकाल, शुक्रिया, मेहरबानी। सो जो आप गल करते हैं कि तुसी अपना जो अपनी लिखनी स्टार्ट की कदों की ते अपने बारे थोड़ी इंट्रोडक्शन साडे दर्शकों नूं जरूर साझी करो। हरमन जी, मेरा नाम जिवें तुसी पहला ही दस्सिया दर्शकों नूं सुरिंदरप्रीत घणिया, जिहड़ा अकादमिक रिकॉर्ड हैगा ਉਹਦੇ ਵਿੱਚ नाम मेरा सुरिंदर सिंह हैगा। ਤਾਂ सुरिंदर सिंह तो सुरिंदरप्रीत घणिया ਬਣਨ ਦੇ ਵਿੱਚ ਬਹੁਤ ਲੰਮਾ ਸੰਘਰਸ਼ ਮੈਨੂੰ ਕਰਨਾ ਪਿਆ ਹੈਗਾ ਏ। मैं सुरिंदर सिंह ਦੇ ਨਾਂ ਤੇ ਬਚਪਨ ਦੇ ਵਿੱਚ ਆਪਣੀ ਜਿਹੜੀ ਬਾਲ ਸਭਾ ਹੈਗੀ ਹੈ ਪ੍ਰਾਇਮਰੀ ਸਕੂਲ ਦੇ ਵਿੱਚ, ਮੈਂ ਇਸ ਤੋਂ ਪਹਿਲਾਂ ਕਿ ਇਹ ਗੱਲ ਦੱਸਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦੇਵਾਂ ਕਿ ਮੇਰਾ ਪਿੰਡ ਘਣੀਆਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਹੈ। ਰਮਾਣਾ ਜੀਤ ਸਿੰਘ ਡਾਕਖਾਨਾ ਹੈ, ਤਹਿਸੀਲ ਜੈਤੋ। ਤਾਂ ਉਸ ਤੋਂ ਬਾਅਦ 97 ਤੋਂ ਮੈਂ ਬਠਿੰਡਾ ਵਿਖੇ ਆਪਦੇ ਪਰਿਵਾਰ ਸਮੇਤ ਰਹਿ ਰਿਹਾ ਹਾਂ। ਤਾਂ ਗੱਲ ਚੱਲ ਰਹੀ ਸੀ ਮੇਰੀ ਬਚਪਨ ਦੀ, ਤਾਂ ਇਹ ਸਫ਼ਰ ਦੀ ਗੱਲ ਚੱਲ ਰਹੀ ਸੀ ਕਿ ਸੁਰਿੰਦਰ ਸਿੰਘ ਤੋਂ ਸੁਰਿੰਦਰਪ੍ਰੀਤ ਘਣੀਆ ਤੱਕ ਦਾ ਸਫ਼ਰ ਜਿਹੜਾ ਹੈਗਾ ਏ ਇਹ ਬੜੀ ਮਿਹਨਤ ਦਾ, ਬੜਾ ਸੰਘਰਸ਼ਮਈ, ਇੱਕ ਲੰਬਾ ਸਮਾਂ ਜਿਹੜਾ ਸਫ਼ਰ ਹੈਗਾ ਇਹ। ਤਾਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਮੇਰੇ ਕੋਲ ਇੱਕ ਕਾਪੀ ਲਾਈ ਹੋਈ ਸੀਗੀ। ਤਾਂ ਮੈਨੂੰ ਸ਼ੌਕ ਸੀ ਬਚਪਨ ਤੋਂ ਹੀ ਗਾਉਣ ਦਾ। ਬਾਲ ਸਭਾ ਦੇ ਵਿੱਚ ਮੈਂ ਗਾਉਂਦਾ ਵੀ ਸੀ। ਤਾਂ ਮੇਰੇ ਕੋਲ ਇੱਕ ਕੈਪੀਟਲ ਦੀ ਕਾਪੀ ਹੁੰਦੀ ਸੀ ਉਸ ਵਕਤ, ਬਹੁਤ ਮਸ਼ਹੂਰ। ਉਹਦੇ 'ਤੇ ਮੈਂ ਜਿਹੜੇ ਚੰਗੇ ਗੀਤ ਸੀਗੇ, ਸਿੱਖਿਆਦਾਇਕ ਗੀਤ ਸੀਗੇ, ਉਹ ਨੋਟ ਕਰ ਲੈਂਦਾ ਸੀਗਾ, ਫਿਰ ਬਾਲ ਸਭਾ ਦੇ ਵਿੱਚ ਸੁਣਾਉਂਦਾ ਸੀਗਾ। ਤਾਂ ਉਸ ਤੋਂ ਬਾਅਦ ਮੈਂ 5ਵੀਂ ਪਾਸ ਕਰਕੇ ਸਰਕਾਰੀ ਹਾਈ ਸਕੂਲ ਮਲੂਕਾ ਦੇ ਵਿੱਚ 6ਵੀਂ ਜਮਾਤ ਦੇ ਵਿੱਚ ਦਾਖਲ ਹੋ ਗਿਆ। ਤਾਂ ਉੱਥੇ 9ਵੀਂ ਜਮਾਤ ਦੇ ਵਿੱਚ ਮੈਂ ਪਹਿਲਾ ਗੀਤ ਲਿਖਿਆ। ਤਾਂ ਇਸ ਸਿਰਜਣਾ ਪਿੱਛੇ ਜੇ ਮੈਂ ਕਹਾਂ ਤਾਂ ਇਹ ਸਿਰਜਣਾ ਕਿਵੇਂ ਆਈ, ਤਾਂ ਉਸ ਵਕਤ ਜਿਹੜਾ ਹੈਗਾ ਹੈ ਅਸੀਂ ਮੁਹੰਮਦ ਸਦੀਕ ਦੇ ਗੀਤ, ਕੁਲਦੀਪ ਮਾਨਕ ਦੇ ਗੀਤ, ਜਿਨ੍ਹਾਂ ਦੇ ਵਿੱਚ ਜਿਵੇਂ ਕੋਲੈਬੋਰੇਸ਼ਨ ਜਿਹੜੀ ਬਾਊ ਸਿੰਘ ਮਾਨ ਦੀ ਮੁਹੰਮਦ ਸਦੀਕ ਨਾਲ ਸੀ ਅਤੇ ਦੇਵ ਤਰੀਕਾਂ ਵਾਲੇ ਦੀ ਦੂਸਰਾ ਕੁਲਦੀਪ ਮਾਨਕ ਸਾਹਿਬ ਨਾਲ ਸੀ, ਜੋੜੀਆਂ ਸੀਗੀਆਂ ਦੋਨੇ ਇਹ। ਤਾਂ ਅਸੀਂ ਜਦੋਂ ਇਹ ਨਾਮ ਸੁਣਦੇ, ਮੇਰੇ ਨਾਲ ਸਾਥੀ ਵੀ ਸੀ, ਮੇਰੇ ਮਨ 'ਚ ਆਉਂਦਾ ਵੀ ਸਾਡਾ ਵੀ ਨਾਂ ਜਿਹੜਾ ਇੱਦਾਂ ਇਹਨਾਂ ਗੀਤਾਂ ਦੇ ਵਿੱਚ ਪੈਣਾ ਚਾਹੀਦਾ ਹੈਗਾ ਹੈ। ਤਾਂ ਇਸ ਭਾਵਨਾ ਨਾਲ, ਇਸ ਇੱਛਾ ਨਾਲ ਅਸੀਂ ਇਸ ਇੱਕ ਰੀਝ ਦੇ ਨਾਲ ਜਿਹੜਾ ਇਹ ਗੀਤ ਲਿਖਣੇ ਸ਼ੁਰੂ ਕੀਤੇ। ਤਾਂ ਪਹਿਲਾ ਗੀਤ ਮੇਰਾ ਹੀ ਸ਼ਹੀਦ ਭਗਤ ਸਿੰਘ ਬਾਰੇ ਸੀਗਾ, 9ਵੀਂ ਜਮਾਤ ਦੇ ਵਿੱਚ ਮੈਂ ਲਿਖਿਆ ਸੀਗਾ। ਉਸ ਤੋਂ ਬਾਅਦ ਚੱਲ ਸੋ ਚੱਲ, ਤਾਂ ਅੱਜ ਤੱਕ ਉਵੇਂ ਹੀ ਇਹ ਕਾਰਵਾਂ ਜਿਹੜਾ ਹੈਗਾ ਚੱਲ ਰਿਹਾ ਅੱਗੇ ਦੀ ਅੱਗੇ। चलो बहुत वधिया। ਆਪਾਂ एक गल करना चाਹੁੰਦੇ ਹਾਂ कि ਜਿਹੜੇ ਦਰਸ਼ਕ ਹੈਗੇ ਆ ਜਾਂ ਕਈ ਰਾਈਟਰਸ ਹੈਗੇ ਆ ਉਹਨਾਂ ਦੀ ਇੱਕ ਮਿੱਥ ਬਣ ਚੁੱਕੀ ਹੈ ਕਿ ਉਹ ਕਹਿੰਦੇ ਆ ਜੀ ਅਸੀਂ ਕਾਪੀ ਨਹੀਂ ਕਰਨਾ, ਵੀ ਵਾਂਟ ਟੂ ਬੀ ਓਰੀਜਨਲ, ਅਸੀਂ ਓਰੀਜਨਲ ਲੈਣਾ ਚਾਹੁੰਦੇ ਆ ਤੇ ਅਸੀਂ ਕਿਸੇ ਨੂੰ ਵੀ ਪੜ੍ਹ ਕੇ ਕੀ ਲੈਣਾਗਾ, ਵੀ ਇੱਕ ਵਧੀਆ ਐਕਸਕਿਊਜ਼ ਵੀ ਹੈ। ਤਾਂ ਤੁਸੀਂ ਦੱਸੋ ਕਿ ਪੜ੍ਹਨਾ ਕਿੰਨਾ ਕੁ ਜ਼ਰੂਰੀ ਹੈ ਇੱਕ ਰਾਈਟਰ ਦੇ ਲਈ? ਇੱਕ ਰਾਈਟਰ ਦੇ ਲਈ ਪੜ੍ਹਨਾ ਓਨਾ ਹੀ ਜ਼ਰੂਰੀ ਹੈਗਾ ਹੈ ਜਿੰਨਾ ਇੱਕ ਪਹਿਲਵਾਨ ਵਾਸਤੇ ਡੰਡ ਮਾਰਨਾ ਜ਼ਰੂਰੀ ਹੈਗਾ ਹੈ। ਐਕਸਰਸਾਈਜ਼ ਕਰਨਾ ਜ਼ਰੂਰੀ ਆ, ਅਭਿਆਸ ਕਰਨਾ ਜ਼ਰੂਰੀ ਆ ਅਖਾੜੇ ਵਿੱਚ ਉਤਰਨ ਤੋਂ ਪਹਿਲਾਂ। ਰੈਗੂਲਰ ਆਪਾਂ ਨੂੰ ਉਹ ਚੀਜ਼ ਕਰਨੀ ਪੈਂਦੀ। ਬਿਲਕੁਲ ਬਿਲਕੁਲ। ਤਾਂ ਜਿਹੜੇ ਨਵੇਂ ਲੇਖਕ ਇਹ ਸੋਚਦੇ ਆ ਉਹ ਬਹੁਤ ਵੱਡੀ ਇੱਕ ਭ੍ਰਾਂਤੀ ਦਾ ਸ਼ਿਕਾਰ ਹੈ ਕਿ ਸਾਡੀ ਮੌਲਿਕਤਾ ਜਿਹੜੀ ਖਤਮ ਹੋ ਜਾਏਗੀ, ਸਾਡੀ ਓਰੀਜਨਲਿਟੀ ਖਤਮ ਹੋ ਜਾਏਗੀ। ਤੁਹਾਡੀ ਓਰੀਜਨਲਿਟੀ ਹਾਲ ਬਣੀ ਨਹੀਂ ਗੀ, ਤੁਹਾਡੀ ਮੌਲਿਕਤਾ ਹਾਲੇ ਬਣੀ ਨਹੀਂ ਗੀ। ਤੁਸੀਂ ਦੇਖੋ ਵੀ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਦਾਹਰਨ ਲੈਂਦੇ ਹਾਂ। ਜਦੋਂ ਉਹ 4 ਉਦਾਸੀਆਂ 'ਤੇ ਗਏ, ਉਹਨਾਂ ਨੇ ਹਰ ਵਰਗ ਦੇ ਲੋਕਾਂ ਨਾਲ, ਹਰ ਧਰਮ ਦੇ ਲੋਕਾਂ ਨਾਲ ਗੋਸ਼ਟੀਆਂ ਕੀਤੀਆਂ, ਔਰ ਉਹਨਾਂ ਨੇ ਗੁਰਬਾਣੀ ਦੇ ਵਿੱਚ ਵੀ ਲਿਖਿਆ, ਜਬ ਲਗ ਦੁਨੀਆ ਰਹੀ ਹੈ ਕਿਛ ਕਹੀਐ ਕਿਛ ਸੁਣੀਐ ਨਾਨਕ। ਤਾਂ ਉਹਨਾਂ ਨੇ ਕਿਸ ਸੁਣੀਐ ਕਿਸ ਕਹੀਐ ਨਾਨਕ, ਉਹਨਾਂ ਨੇ ਸੁਣਨ ਨੂੰ ਪਹਿਲਾਂ ਕਿਹਾ। ਤਾਂ ਇਸ ਕਰਕੇ ਸਾਨੂੰ ਚੰਗੇ ਚੰਗੇ ਵਿਦਵਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ ਜੇ ਅਸੀਂ ਆਪਦੀ ਮੌਲਿਕਤਾ ਬਣਾਉਣੀ ਹੈ। ਚੰਗੀਆਂ ਚੰਗੀਆਂ ਕਿਤਾਬਾਂ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ ਸਾਨੂੰ, ਫਿਰ ਹੀ ਸਾਡੀ ਮੌਲਿਕਤਾ ਬਣੇਗੀ। ਤਾਂ ਫਿਰ ਹੀ ਅਸੀਂ ਉਹਨਾਂ ਤੋਂ ਸਿੱਖਾਂਗੇ, ਸਾਨੂੰ ਪਤਾ ਲੱਗੇਗਾ ਕਿ ਸਾਡੇ ਜਿਹੜੇ ਪੂਰਵਜ ਹੈਗੇ ਆ, ਪਹਿਲੇ ਹੈਗੇ ਆ, ਉਹਨਾਂ ਦੀਆਂ ਰਚਨਾਵਾਂ ਕਿਸ ਤਰ੍ਹਾਂ ਦੀਆਂ ਹੈਗੀਆਂ। ਤਾਂ ਅਸੀਂ ਕਿੱਧਰ ਨੂੰ ਜਾਣਾ, ਇੱਕ ਟਰੈਕ ਮਿਲੇਗਾ ਉਹਦੇ ਤੋਂ।
ਜਿਵੇਂ ਤੁਸੀਂ ਕਿਹਾ ਵੀ ਸੁਣਨਾ ਬਹੁਤ ਜ਼ਰੂਰੀ ਹੈ, ਤਾਂ ਹੀ ਰੱਬ ਨੇ ਕੁਝ ਦੇਖ ਕੇ ਦੋ ਕੰਨ ਦਿੱਤੇ ਆ, ਦੋ ਕੰਨ ਦੋ ਅੱਖਾਂ ਦਿੱਤੀਆਂ, ਇਸ ਕਰਕੇ ਦੇਖਣਾ ਤੇ ਸੁਣਨਾ ਬਹੁਤ ਜ਼ਰੂਰੀ ਹੈਗਾ। ਜੇ ਤੁਸੀਂ ਸੁਣੋਗੇ ਚੰਗਾ ਤਾਂ ਹੀ ਤੁਸੀਂ ਚੰਗਾ ਲਿਖ ਪਾਓਗੇ। ਤੇ ਜੀਭ ਇਸ ਕਰਕੇ ਇੱਕ ਦਿੱਤੀ ਹੈਗੀ ਹੈ ਕਿ ਬੋਲਣਾ ਘੱਟ ਚਾਹੀਦਾ ਹੈਗਾ। ਹਾਂਜੀ ਹਾਂਜੀ, ਜਿਵੇਂ ਤੁਸੀਂ ਕਿਹਾ ਵੀ ਉਹਨਾਂ ਦੀ ਓਰੀਜਨੈਲਿਟੀ ਜਿਹੜੀ ਹੈਗੀ ਹੈ ਵੀ ਉਹ ਹਜੇ ਸਟਾਰਟ ਹੀ ਨਹੀਂ ਹੋਏਗੀ, ਤਾਂ ਉਹ ਕਹਿੰਦੇ ਹੁੰਦੇ ਵੀ ਜਿਵੇਂ ਤੁਸੀਂ ਕੁਝ ਵਧੀਆ ਸਵਾਦਿਸ਼ਟ ਖਾਦਾ ਹੀ ਨਹੀਂ ਤਾਂ ਤੁਸੀਂ ਉਹ ਬਣਾ ਕਿੱਦਾਂ ਸਕਦੇ, ਟੇਸਟ ਦਾ ਹੀ ਨਹੀਂ ਪਤਾ ਹੋਊਗਾ। ਹੁਣ ਜਿਵੇਂ ਤੁਸੀਂ ਵੱਖਰੇ ਵੱਖਰੇ ਸ਼ਾਇਰਾਂ ਨੂੰ ਪੜ੍ਹੋਗੇ, ਵਧੀਆ ਰਾਈਟਰਸ ਨੂੰ ਪੜ੍ਹੋਗੇ, ਤਾਂ ਚੰਗਾ ਤੁਸੀਂ ਜਿਹੜਾ ਲਿਖਿਆ ਹੈ ਉਹਨੂੰ ਪੜ੍ਹੋਗੇ, ਤਾਂ ਹੀ ਤੁਸੀਂ ਵਧੀਆ ਕੁਝ ਅੱਗੇ ਬਣਾ ਸਕਦੇ ਹੋ। ਤੁਸੀਂ ਆਪਣੇ ਆਪ ਨਾਲ ਆਪ ਦਾ ਮੁਲਾਂਕਣ ਵੀ ਕਰ ਸਕੋਗੇ ਕਿ ਅਸੀਂ ਇਸ ਸਾਰੇ ਚੌਕਟੇ ਦੇ ਵਿੱਚ ਕਿੱਥੇ ਫਿੱਟ, ਕਿੱਥੇ ਸਟੈਂਡ ਕਰਦੇ ਹੈਗੇ ਆ, ਸਾਡੇ 'ਚ ਕੀ ਕਮੀ ਹੈ, ਦੂਸਰਿਆਂ 'ਚ ਕਿਹੜੀ ਖੂਬੀ ਹੈਗੀ ਆ, ਜਾਂ ਸਾਡੇ 'ਚ ਕਿਹੜੀ ਖੂਬੀ ਹੈਗੀ ਆ, ਉਹਨਾਂ 'ਚ ਕਿਹੜੀ ਕਮੀ ਹੈਗੀ ਆ। ਇਸ ਤਰ੍ਹਾਂ ਕੰਪੈਰੀਜ਼ਨ ਕਰਕੇ, ਤੁਲਨਾਤਮਕ ਅਧਿਐਨ ਕਰਕੇ ਤੁਸੀਂ ਜਿਹੜਾ ਹੈਗਾ ਆਪਣੇ ਆਪ ਨੂੰ ਹੋਰ ਨਿਖਾਰ ਸਕਦੇ ਆ, ਹੋਰ ਤਰਾਸ਼ ਸਕਦੇ ਹੋ। ਕਿਉਂਕਿ ਇਹਦੇ ਵਿੱਚ ਕਹਿੰਦੇ ਹੁੰਦੇ ਵੀ ਜਿੰਨਾ ਯੂਰ ਡੈਪਥ, ਜਿੰਨੀ ਤੁਹਾਡੀ ਡੂੰਘਾਈ ਹੋਊਗੀ ਉਨੀ ਤੁਹਾਡੀ ਹਾਈਟ ਹੋਊਗੀ। ਬਿਲਕੁਲ, ਮੈਂ ਤਾਂ ਇਹ ਸਮਝਦਾ ਹੈਗਾ ਕਿ ਜੇ ਤੁਸੀਂ ਇੱਕ ਸ਼ੇਅਰ ਲਿਖਣਾ ਹੈ, ਘੱਟੋ ਘੱਟ 10 ਕਿਤਾਬਾਂ ਜਿਹੜੀਆਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ। ਤੇ ਨਾਲ ਵੀ ਕਹਿੰਦੇ ਹੁੰਦੇ ਵੀ ਜਿਹੜੇ ਵੀ ਰਾਈਟਰਸ ਆਪਣੇ ਪੁਰਾਣੇ ਜਿਹੜੇ ਲਿਖਦੇ ਸੀਗੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਵੀ ਬਹੁਤ ਕੁਝ ਲਿਖਿਆ ਹੋਊਗਾ, ਤੇ ਤੁਹਾਡੇ ਕਿਹੜੇ ਜਿਹੜੇ ਰੋਲ ਮਾਡਲਸ ਰਹੇ ਆ ਉਹ ਵੀ ਸਾਡੇ ਦਰਸ਼ਕਾਂ ਦਾ ਮੈਂ ਸਾਡੀ ਜਿੰਨੀ ਪੰਜਾਬੀ ਕਵਿਤਾ ਦੀ ਪਰੰਪਰਾ ਹੈਗੀ ਆ, ਭਾਵੇਂ ਉਹ ਜਿਹੜਾ ਹੈਗਾ ਕਿੱਸਾ ਕਾਵ ਹੋਵੇ, ਸੂਫੀ ਕਾਵ ਹੋਵੇ, ਵੀਰ ਕਾਵ ਹੋਵੇ, ਭਗਤੀ ਕਾਵ ਹੈ, ਜਾਂ ਗੁਰਮਤਿ ਕਾਵ ਹੈ, ਜਾਂ ਆਧੁਨਿਕ ਕਾਵ ਹੈਗਾ, ਮੈਂ ਸਾਰੀ ਇਸ ਸਾਡੀ ਪਰੰਪਰਾ ਤੋਂ ਪ੍ਰਭਾਵਿਤ ਹੈਗਾ ਹੈ। ਤੇ ਮੈਂ ਗਾਹੇ ਬਗਾਹੇ ਬਹੁਤਾ ਨਹੀਂ ਤਾਂ ਮਤਲਬ ਮੈਂ ਕਾਫੀ ਜਿਹੜਾ ਹੈਗਾ ਇਹ ਸਾਹਿਤ ਪੜ੍ਹਿਆ ਵੀ ਹੈਗਾ ਹੈ। ਜਦੋਂ ਮੈਂ ਪੰਜਾਬੀ ਦੀ MA ਕੀਤੀ, ਹਿੰਦੀ ਦੀ MA ਕੀਤੀ, ਉਸ ਸਿਲੇਬਸ ਦੇ ਵਿੱਚ ਵੀ ਪੜ੍ਹਿਆ, ਤਾਂ ਹਿੰਦੀ 'ਚ ਮੈਂ ਭਗਤ ਕਬੀਰ ਹੋਰਾਂ ਨੂੰ ਪੜ੍ਹਿਆ, ਤਾਂ ਸਭ ਤੋਂ ਵੱਧ ਮੇਰੇ ਤੇ ਬੁੱਲੇ ਸ਼ਾਹ ਤੇ ਕਬੀਰ ਤੇ ਗੁਰੂ ਨਾਨਕ ਦਾ ਪ੍ਰਭਾਵ ਬਹੁਤ ਜ਼ਿਆਦਾ ਹੈਗਾ। ਮੇਰੀ ਸ਼ਾਇਰੀ ਤੁਸੀਂ ਸੁਣੋਗੇ, ਉਹਦੇ ਵਿੱਚ ਨਾਬਰੀ ਦੀ ਸੁਰ ਪ੍ਰਭਾਵਿਤ ਹੈਗੀ ਆ, ਰੋਹ ਤੇ ਵਿਦਰੋਹ ਦੀ ਸ਼ਾਇਰੀ ਹੈਗੀ ਆ, ਅਣਚਾਹੇ ਦੇ ਖਿਲਾਫ। ਜਿੱਥੇ ਵੀ ਮੈਨੂੰ ਚੰਗਾ ਲੱਗਦਾ ਹੈ ਕਿ ਇੱਥੇ ਬੰਦਾ ਬੰਦੇ ਨੂੰ, ਫਲਾਨਾ ਬੰਦਾ ਬੰਦੇ ਨੂੰ ਹਿੱਟ ਕਰ ਰਿਹਾ ਹੈਗਾ ਹੈ, ਠਿੱਪੀ ਲਾ ਰਿਹਾ ਹੈਗਾ ਹੈ, ਤੇ ਉੱਥੇ ਮੇਰੀ ਜਿਹੜੀ ਕਲਮ ਹੈਗੀ ਆ, ਮੇਰੀ ਸੰਵੇਦਨਾ ਹੈਗੀ ਆ, ਉਹ ਮਹਿਸੂਸ ਕਰਦੀ ਹੈ ਸੰਵੇਦਨਾ, ਤੇ ਕਲਮ ਜਿਹੜੀ ਹੈਗੀ ਆ ਉਹਨੂੰ ਮਹਿਸੂਸ ਕਰਕੇ ਲਿਖਦੀ ਹੈਗੀ ਆ। ਕਈ ਮੇਰੇ ਆਪ ਦੇ ਨਿੱਜੀ ਐਕਸਪੀਰੀਅੰਸ ਵੀ ਇਸ ਤਰ੍ਹਾਂ ਦੇ ਹੋਏ ਹਨ, ਉਸ ਤਜਰਬਿਆਂ ਦੇ ਆਧਾਰ 'ਤੇ ਵੀ ਮੈਂ ਉਹਨੂੰ ਆਪਣੀ ਸ਼ਾਇਰੀ ਦੇ ਵਿੱਚ ਉਹ ਜਿਹੜੇ ਆਪਦੇ ਐਕਸੀਡੈਂਟਸ ਹੈਗੇ ਆ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਬੰਦ ਕਰਨ ਦੀ। ਫਿਰ ਨੈਕਸਟ ਕੁਐਸਚਨ ਜੀ ਆਪਣਾ ਇਹ ਹੈ ਕਿ ਵੀ ਜਿਹੜੇ ਰਾਈਟਰਸ ਹੈਗੇ ਆ ਤਾਂ ਉਹਨਾਂ ਕੋਲ ਇੰਨਾ ਐਕਸਪੀਰੀਅੰਸ ਨਹੀਂ ਹੁੰਦਾਗਾ, ਤਾਂ ਉਹ ਬਹੁਤ ਸਾਰੀਆਂ ਮਿਸਟੇਕਸ ਕਰ ਦਿੰਦੇ ਆ। ਕਹਿੰਦੇ ਵੀ ਇੱਕ ਇੰਟੈਲੀਜੈਂਟ ਪਰਸਨ ਉਹ ਵੀ ਜਿਹੜਾ ਆਪਣੀ ਗਲਤੀ ਤੋਂ ਸਿੱਖ ਲੈਂਦਾ, ਜ਼ਿਆਦਾ ਇੰਟੈਲੀਜੈਂਟ ਉਹ ਵੀ ਜਿਹੜਾ ਦੂਸਰੇ ਦੀ ਗਲਤੀ ਤੋਂ ਵੀ ਸਿੱਖ ਲੈਂਦਾ। ਕਿ ਤੁਹਾਡੇ ਜਿਹੜਾ ਐਕਸਪੀਰੀਅੰਸ ਹੈ ਵੀ ਉਹ ਜਿਹੜੇ ਨਵੇਂ ਰਾਈਟਰਸ ਨੇ ਜਾਂ ਇਸ ਫੀਲਡ ਦੇ ਵਿੱਚ ਇੰਡਸਟਰੀ 'ਚ ਆਉਣਾ ਚਾਹੁੰਦੇ ਨੇ, ਤਾਂ ਤੁਸੀਂ ਉਹਨਾਂ ਨੂੰ ਕੁਝ ਅਜਿਹੀਆਂ ਮਿਸਟੇਕਸ ਬਾਰੇ ਵੀ ਜ਼ਰੂਰ ਚਾਨਣਾ ਪਾਓ ਵੀ ਜਿਹੜੀਆਂ ਉਹ ਨਾ ਕਰਨ, ਤਾਂ ਜੋ ਕਿ ਜਲਦੀ ਉਹ ਗਰੋ ਕਰ ਸਕਣ ਇਸ ਫੀਲਡ। ਪਹਿਲੀ ਮਿਸਟੇਕਸ ਤਾਂ ਉਹੀ ਹੈ ਜਿਹੜਾ ਕਿ ਉਹ ਇਸ ਭ੍ਰਾਂਤੀ ਦੇ ਸ਼ਿਕਾਰ ਹੈ ਕਿ ਅਸੀਂ ਪੜ੍ਹਦੇ ਨਹੀਂ ਗੇ, ਸਾਡੀ ਓਰੀਜਨਲਿਟੀ ਖਤਮ ਹੋ ਜਾਏਗੀ। ਉਹਨਾਂ ਨੂੰ ਪੜ੍ਹਨਾ ਚਾਹੀਦਾ ਹੈਗਾ, ਫਿਰ ਹੀ ਉਹ ਆਪਣੀਆਂ ਗਲਤੀਆਂ ਸੁਧਾਰਨਗੇ। ਦੂਸਰਾ ਜਿਹੜਾ ਹੈਗਾ ਹੈ ਉਹ, ਜਿਵੇਂ ਮੈਂ ਗੋਸਟ ਪਰੰਪਰਾ ਗੁਰੂ ਨਾਨਕ ਦੇਵ ਜੀਆਂ ਦੀ ਬਾਰੇ ਗੱਲ ਕੀਤੀ ਹੈਗੀ ਆ, ਉਹ ਸੁਭਾਵਾਂ ਦੇ ਵਿੱਚ ਜਾਣ, ਸਾਹਿਤ ਸੁਭਾਵਾਂ 'ਚ ਉੱਥੇ ਆਪਣੀਆਂ ਰਚਨਾਵਾਂ ਪੜ੍ਹਨ, ਜਾਂ ਜੇ ਉਹ ਉੱਥੇ ਨਹੀਂ ਜਾਣਾ ਤਾਂ ਉਹ ਫੇਸਬੁੱਕ 'ਤੇ ਹੈ ਜਾਂ ਸੋਸ਼ਲ ਮੀਡੀਆ 'ਤੇ ਹੈ ਜਾਂ ਫੋਨ 'ਤੇ ਹੈਗਾ ਹੈ, ਤੁਸੀਂ ਆਪਦੇ 5-4 ਦੋਸਤਾਂ ਦਾ ਜਿਹੜੇ ਸੁਹਿਰਦ ਦੋਸਤ ਹੈਗੇ ਦੀ ਗੱਲ ਕੀਤੀ, ਤਾਂ ਜਿਹੜੀ ਕਿਹੜੀਆਂ ਸੁਭਾਵਾਂ ਹੈਗੀਆਂ, ਕਿਹਨਾਂ ਨਾਲ ਉਹਨਾਂ ਨੂੰ ਜੁੜਨਾ ਚਾਹੀਦਾ, ਉਹਨਾਂ ਦਾ ਤੁਸੀਂ ਥੋੜ੍ਹਾ ਜਿਹਾ ਨਾਮ ਵੀ ਦੱਸ ਦਿਓ। ਸਾਡੀ ਇੱਕ ਵਰਲਡ ਲੈਵਲ ਦੀ ਲੇਖਕਾਂ ਦੀ ਜਥੇਬੰਦੀ ਹੈ, ਜਿਹਨੂੰ ਲੇਖਕਾਂ ਦੀ ਸੰਸਦ ਵੀ ਕਿਹਾ ਜਾਂਦਾ ਹੈ, ਮੇਰੀ ਮੁਰਾਦ ਹੈ ਕੇਂਦਰੀ ਪੰਜਾਬੀ ਲੇਖਕ ਸਭਾ। ਤਾਂ ਇਸ ਸਭਾ ਦੇ ਨਾਲ ਵਿਸ਼ਵ ਪੱਧਰ ਦੀਆਂ 106 ਸਭਾਵਾਂ ਜਿਹੜੀਆਂ ਇਹਦੇ ਨਾਲ ਸੰਬੰਧਿਤ ਹੈ, ਤੇ 3000 ਲੇਖਕ ਸੰਬੰਧਿਤ ਹੈਗੀਆਂ। ਇਸ ਸਭਾ ਦੀਆਂ ਹਰ ਸ਼ਹਿਰ, ਹਰ ਕਸਬੇ ਦੇ ਵਿੱਚ ਬ੍ਰਾਂਚਿਸ ਹਨ, ਬਹੁਤ ਸਾਰੀਆਂ ਸਭਾਵਾਂ, ਜਿਵੇਂ 106 ਹੈ, 106 ਹੀ ਨਹੀਂ, ਇਸ ਤੋਂ ਵੀ ਵੱਧ ਸਭਾਵਾਂ ਹੈਗੀਆਂ, ਭਾਵੇਂ ਉਹ ਸਾਡੀ ਸਭਾ ਦੇ ਨਾਲ, ਕੇਂਦਰੀ ਪੰਜਾਬੀ ਲੇਖਕ ਸਭਾ ਨਾਲ, ਜਿਸ ਦਾ ਮੈਂ ਮੀਤ ਪ੍ਰਧਾਨ ਹੈ। ਇਸ ਵਕਤ ਸ਼੍ਰੀ ਦਰਸ਼ਨ ਬੁੱਟਰ ਜੀ ਇਹਦੇ ਪ੍ਰਧਾਨ ਹਨ, ਡਾਕਟਰ ਸੁਖਦੇਵ ਸਿਰਸਾ ਜੀ ਇਹਦੇ ਜਨਰਲ ਸਕੱਤਰ ਹਨ, ਡਾਕਟਰ ਜੋਗਾ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ ਹਨ। ਇਸੇ ਤਰ੍ਹਾਂ ਜਿਵੇਂ ਮੈਂ ਮੀਤ ਪ੍ਰਧਾਨ ਹਾਂ, 5 ਹੋਰ ਮੀਤ ਪ੍ਰਧਾਨ ਵੀ ਹਨ, 4 ਜਨਰਲ ਸਕੱਤਰ ਹਨ। ਤਾਂ 106 ਸਭਾਵਾਂ ਤੋਂ ਬਿਨਾਂ ਹੋਰ ਵੀ ਬਹੁਤ, ਜਿਵੇਂ ਬਠਿੰਡੇ ਦੀ ਗੱਲ ਲੈ ਲਓ ਤੁਸੀਂ, ਬਠਿੰਡੇ ਸਾਡੀ ਘੱਟੋ ਘੱਟ 5-6 ਸਭਾਵਾਂ ਹੈਗੀਆਂ, 6 ਇਹਦੇ ਵਿੱਚੋਂ 3-4 ਸਭਾਵਾਂ, ਹਾਂ, ਦੂਸਰਾ ਪੰਜਾਬੀ ਸਾਹਿਤ ਸਭਾ ਬਠਿੰਡਾ ਹੈਗਾ ਹੈ, ਸਾਹਿਤ ਜਾਗਰਤੀ ਸਭਾ ਹੈ, ਸਾਹਿਤ ਸੱਭਿਆਚਾਰ ਮੰਚ ਹੈ, ਇੱਕ ਹੁਣੇ ਜਿਹੀ ਸਭਾ ਬਣੀ ਹੈ ਨੌਜਵਾਨ ਸਾਹਿਤ ਸਭਾ।
ਤਾਂ ਇਹਦੇ ਵਿੱਚੋਂ ਕੁਝ ਜਿਹੜੀਆਂ ਸਭਾਵਾਂ ਸਾਡੀ ਕੇਂਦਰੀ ਪੰਜਾਬੀ ਲੇਖਕ ਸਭਾ ਨਾਲ ਸੰਬੰਧਿਤ ਹਨ। ਮੇਰਾ ਮਤਲਬ ਹੈ ਉਹਨਾਂ ਸਭਾਵਾਂ 'ਚ ਵੀ ਜਾ ਸਕਦੇ ਹੈਗੇ ਆ ਜੇ ਉਹਨਾਂ ਕੋਲੇ ਵਕਤ ਨਹੀਂ ਹੈਗਾ। ਉਹਦੇ ਵਿੱਚ ਕੌਨਫੀਡੈਂਸ ਵੀ ਪੈਦਾ ਹੋਵੇ, ਕੌਨਫੀਡੈਂਸ ਪੈਦਾ ਹੁੰਦਾ ਹੈ। ਔਰ ਉੱਥੇ ਉਹੀ ਲੋਕ ਹੋਣਗੇ ਜੋ ਕਿ ਹੈ ਇਸ ਚੀਜ਼ ਨੂੰ ਮੁਹੱਬਤ ਕਰਦੇ ਨੇ, ਉਹ ਸੁਣਨਾ ਪਸੰਦ ਕਰਦੇ ਨੇ ਚੰਗੇ ਰਾਈਟਰਸ ਨੂੰ। ਤਾਂ ਜਦੋਂ ਇਹੋ ਜਿਹਾ ਮਾਹੌਲ ਹੁੰਦਾ ਤਾਂ ਤੁਹਾਡੀ ਲਿਖਣੀ ਆਪਣੇ ਆਪ ਆਟੋਮੈਟਿਕਲੀ ਚੰਗੀ ਹੋ ਜਾਂਦੀ ਹੈ। ਉੱਥੇ ਦੱਸਿਆ ਜਾਂਦਾ ਬਕਾਇਦਾ ਜਿਹੜੇ ਸੀਨੀਅਰ ਲੇਖਕ ਹੈਗੇ ਆ, ਇੱਕ ਲੇਖਕ ਜਿਹੜਾ ਆਪਦੀ ਰਚਨਾ ਦਾ ਪਾਠ ਕਰਦਾ ਹੈ, ਦੂਸਰੇ ਅਸੀਂ ਡਿਊਟੀ ਵੀ ਲਾਉਂਦੇ ਹਾਂ ਜਿਹੜਾ ਇੱਕ ਵੱਡਾ ਵਿਦਵਾਨ ਹੁੰਦਾ ਸਾਡੀ ਸਾਹਿਤ ਸਭਾ ਦੇ ਵਿੱਚ, ਜਾਂ ਅਸੀਂ ਬੁਲਾਉਂਦੇ ਵੀ ਹਾਂ ਕਿਸੇ ਵਿਦਵਾਨ ਨੂੰ ਵੀ ਤੁਸੀਂ ਇੱਕ ਨੁਕਤੇ ਜਿਹੜੇ ਨੋਟ ਕਰੀਏ, ਉਸ ਤੋਂ ਬਾਅਦ ਉਹਦੇ 'ਤੇ ਤਬਸਰਾ ਹੁੰਦਾ ਬਕਾਇਦਾ ਵੀ ਕਿਹੜੀ ਉਸ ਕਿਸੇ ਲੇਖਕ ਦੀ ਰਚਨਾ 'ਚ ਖੂਬੀ ਹੈ ਅਤੇ ਕਿਹੜੀ ਜਿਹੜੀ ਹੈਗੀ ਆ ਕਮੀ ਪੇਸ਼ੀ ਹੈਗੀ ਆ ਉਹ ਉੱਥੇ ਦੂਰ ਵੀ ਕੀਤੀ ਜਾਂਦੀ ਹੈਗੀ ਆ। ਪਰ ਮੈਂ ਇਹ ਗੱਲ ਵੀ ਤੁਹਾਡੇ ਨਾਲ ਕਹਿ ਦਿਆਂ ਕਿ ਇਸ ਵਕਤ ਸਾਹਿਤ ਸਭਾਵਾਂ ਦਾ ਜਿਹੜਾ ਹੈ ਇਸ ਤਰ੍ਹਾਂ ਦਾ ਰੋਲ ਹੋਣਾ ਚਾਹੀਦਾ, ਉਹ ਬਹੁਤ ਘੱਟ ਹੈਗਾ। ਸਾਹਿਤ ਸਭਾਵਾਂ ਕਈ ਵਾਰ ਲੇਖਕ ਨੂੰ ਮਾਰਨ ਦੀ ਕੋਸ਼ਿਸ਼ ਵੀ ਕਰਦੀਆਂ ਹੈਗੀਆਂ, ਉਹਦੇ ਵਿੱਚ ਰਾਜਨੀਤੀ ਵੀ ਕੀਤੀ ਜਾਂਦੀ ਹੈ। ਤਾਂ ਮੈਂ ਇਸ ਗੱਲ 'ਤੇ ਜਿਹੜੇ ਵੀ ਸਾਹਿਤ ਸਭਾਵਾਂ ਦੇ ਪ੍ਰਧਾਨ ਜਨਰਲ ਸਕੱਤਰ ਹਨ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈਗੀ ਹੈ ਕਿ ਜੋ ਸਾਹਿਤ ਸਭਾਵਾਂ ਦਾ ਉਦੇਸ਼ ਹੈਗਾ ਉਹਨਾਂ ਦੇ ਉਦੇਸ਼ ਨੂੰ ਪੂਰਾ ਕਰਨ ਵਾਸਤੇ ਉਹ ਇਹੋ ਜਿਹੀਆਂ ਜਿਹੜੀਆਂ ਪਾਲਿਸੀਜ਼ ਇਹੋ ਜਿਹੀਆਂ ਨੀਤੀਆਂ ਹੈਗੀਆਂ ਉਹ ਨਾ ਅਪਣਾਉਣ, ਉਹਨਾਂ ਨੂੰ ਛੱਡ ਦੇਣ। ਜੇ ਗੱਲ ਕਰੀਏ ਤੁਸੀਂ ਐਜ਼ ਅ ਅਧਿਆਪਕ ਤੁਸੀਂ ਕੰਮ ਕੀਤਾ ਅਤੇ ਤੁਸੀਂ ਹੁਣੀ ਸੇਵਾ ਮੁਕਤ ਹੋਏ ਹੋ ਰੀਸੈਂਟਲੀ, ਅਤੇ ਜਿਹੜੇ ਤੁਹਾਡੇ ਸਟੂਡੈਂਟ ਸੀਗੇ ਅਤੇ ਇੱਕ ਟੀਚਰ ਹੁੰਦਾ ਹੈ, ਇੱਕ ਤਾਂ ਨੋਰਮਲ ਟੀਚਰ ਹੋ ਗਿਆ, ਇੱਕ ਟੀਚਰ ਹੋ ਗਿਆ ਜਿੱਦਾਂ ਤੁਸੀਂ ਸਾਹਿਤ ਨਾਲ ਜੁੜੇ ਹੋਏ ਸੀਗੇ, ਤੁਸੀਂ ਬਹੁਤ ਪੜ੍ਹਿਆ ਹੈਗਾ ਨਾ ਕਾਫੀ ਸ਼ਾਇਰਾਂ ਨੂੰ, ਰਾਈਟਰਸ ਨੂੰ, ਤਾਂ ਉਹਦਾ ਕੀ ਪ੍ਰਭਾਵ ਰਿਹਾ ਤੁਹਾਡੇ ਸਟੂਡੈਂਟਸ 'ਤੇ? ਮੇਰੇ ਵਿਦਿਆਰਥੀਆਂ 'ਤੇ ਮੇਰਾ ਬਹੁਤ ਹੀ ਅਲੱਗ ਤਰ੍ਹਾਂ ਦਾ ਪ੍ਰਭਾਵ ਰਿਹਾ ਦੂਜੇ ਅਧਿਆਪਕਾਂ ਨਾਲੋਂ। ਉਹਦਾ ਕਾਰਨ ਇਹੀ ਸੀ ਕਿ ਮੈਂ ਇੱਕ ਸਾਹਿਤਕਾਰ ਸੀਗਾ। ਤਾਂ ਸਭ ਤੋਂ ਪਹਿਲਾਂ ਤਾਂ ਬੱਚਿਆਂ ਦਾ ਜਿਹੜਾ ਇੱਕ ਟੀਚਰ ਨੂੰ ਉਹਦਾ ਮਨੋਵਿਗਿਆਨ ਸਮਝ ਆਉਣਾ ਚਾਹੀਦਾ ਹੈ ਅਤੇ ਉਹਦੇ ਨਾਲ ਇੱਕ ਰਿਸ਼ਤਾ ਜਿਹੜਾ ਹੈਗਾ ਹੈ ਮਾਂ ਪਿਓ ਵਾਲਾ ਜਿਹੜਾ ਹੈਗਾ ਪਰਿਵਾਰਕ ਰਿਸ਼ਤਾ ਕ੍ਰੀਏਟ ਹੋਣਾ ਚਾਹੀਦਾ ਹੈਗਾ। ਹਰਮਨ, ਮੈਨੂੰ ਪਤਾ ਹੈ ਕਿ ਅਸੀਂ ਤਾਂ ਇਹ ਕਹਿ ਦਿੰਦੇ ਹੈਗੇ ਆ ਵੀ ਤੂੰ ਆਮ ਟੀਚਰ ਕਹਿੰਦਾ ਵੀ ਤੂੰ ਕੱਲ੍ਹ ਵਰਦੀ ਨਹੀਂ ਪਾ ਕੇ ਆਇਆਗਾ, ਤੂੰ ਫੀਸ ਨਹੀਂ ਲੈ ਕੇ ਆਇਆਗਾ, ਉਹਨੂੰ ਪਨਿਸ਼ਮੈਂਟ ਦਿੱਤੀ ਜਾਂਦੀ ਹੈਗੀ ਆ, ਪਰ ਕਦੇ ਜਾਂ ਹੋਮਵਰਕ ਨਹੀਂ ਕਰਕੇ ਆਇਆ ਆਪਦਾ। ਪਰ ਇਹ ਜਾਣਨ ਦੀ ਬਹੁਤ ਘੱਟ ਅਧਿਆਪਕ ਕੋਸ਼ਿਸ਼ ਕਰਦੇ ਆ ਕਿ ਇਹਨੇ ਕੀਤਾ ਕਿਉਂ ਨਹੀਂ ਗਾ। ਤਾਂ ਮੇਰੇ ਬਹੁਤ ਬੱਚਿਆਂ ਨਾਲ ਇਸ ਤਰ੍ਹਾਂ ਦੇ ਐਕਸਪੀਰੀਅੰਸ ਹੈਗੇ ਨੇ, ਤਜਰਬੇ ਹੈਗੇ ਆ, ਜਿਨ੍ਹਾਂ ਦੇ ਇੱਕ ਬੱਚੇ ਨੇ ਕਿਹਾ ਕਿ ਸਰ ਮੈਂ ਰੋਟੀ ਵੀ ਆਪਦੀ ਬਣਾ ਕੇ ਆਉਣਾ, ਮੇਰੇ ਮਾਤਾ ਪਿਤਾ ਜਿਹੜੇ ਹੈਗੇ ਆ ਉਹ ਜਾਂਦੇ ਹੈਗੇ ਆ। ਜਾਂ ਇੱਕ ਲੜਕੀ 1 ਮਹੀਨਾ ਸਕੂਲ ਆਈ, ਮੈਂ ਉਹਨੂੰ ਪੁੱਛਿਆ ਤਾਂ ਵੀ ਤੂੰ 1 ਮਹੀਨਾ ਸਕੂਲ ਕਿਉਂ ਨਹੀਂ ਆਈ? ਉਹਨੇ ਮੈਨੂੰ ਦੱਸਿਆ ਆਪਦਾ, ਕਹਿੰਦੀ ਜੀ ਅਸੀਂ 5 ਭੈਣਾਂ ਅਤੇ ਮੇਰਾ ਪਿਓ ਜਿਹੜਾ ਹੈਗਾ ਉਹ ਬਿਮਾਰ ਆ, ਮੰਜੇ 'ਤੇ ਪਿਆ, ਅਸੀਂ 5 ਭੈਣਾਂ ਉਹਦਾ ਇਲਾਜ ਕਰਵਾ ਰਹੀਆਂ ਹੈਗੀਆਂ, ਇਸ ਕਰਕੇ ਮੈਂ ਝੋਨਾ ਲਾਉਣ ਜਾਂਦੀ ਹੁੰਦੀ ਸੀਗੀ। ਅਤੇ ਮੈਂ ਉਸ ਨੂੰ ਸ਼ਾਬਾਸ਼ੀ ਦਿੱਤੀ ਬਜਾਏ ਪਨਿਸ਼ਮੈਂਟ ਦੇਣ ਦੀ ਬਜਾਏ, ਬੇਟਾ ਤੂੰ ਬਹੁਤ ਆਪਦੀ ਉਮਰ ਤੋਂ ਅੱਗੇ ਦਾ ਸਫ਼ਰ ਕਰ ਰਹੀ ਹੈ, ਇੱਕ ਜ਼ਿੰਮੇਵਾਰ ਜਿਹੜੀ ਹੈਗੀ ਹੈ ਲੜਕੀ ਦਾ ਰੋਲ ਨਿਭਾ ਰਹੀ ਹੈਗੀ ਆ, ਤਾਂ ਮੈਂ ਤੈਨੂੰ ਕੁਛ ਨਹੀਂ ਕਹੂੰ, ਤੂੰ ਹੌਲੀ ਹੌਲੀ ਬੱਚਿਆਂ ਦੇ ਨਾਲ ਮੇਰੇ ਤੋਂ ਹੈਲਪ ਲੈ ਲਾ, ਬੱਚਿਆਂ ਤੋਂ ਜਿਹੜੀਆਂ ਸਹੇਲੀਆਂ ਲੈ ਲਾ, ਅਤੇ ਆਪਦਾ ਹੋਮਵਰਕ ਜਿਹੜਾ 1 ਮਹੀਨੇ 'ਚ ਪੂਰਾ ਕਰ ਲਾ, ਪਰ ਤੂੰ ਸਾਰੀ ਉਮਰ ਝੋਨਾ ਹੀ ਨਹੀਂ ਲਾਉਣਾ ਗਾ, ਤੂੰ ਬਹੁਤ ਵੱਡਾ ਉੱਚਾ ਰੁਤਬਾ ਪ੍ਰਾਪਤ ਕਰਨਾ ਹੈਗਾ, ਇਸ ਗਰੀਬੀ ਦੇ ਦਾਗਾਂ ਨੂੰ ਧੋਣਾ ਹੈਗਾ ਆਪਦੇ, ਤਾਂ ਕਿ ਤੈਨੂੰ ਝੋਨਾ ਲਾਉਣਾ ਨਾ ਪਵੇ। ਝੋਨਾ ਲਾਉਣਾ ਮਾੜਾ ਨਹੀਂ ਗਾ, ਪਰ ਜੇ ਬੱਚੇ 'ਚ ਕੋਈ ਕੁਆਲਿਟੀ ਹੈਗੀ ਹੈ ਤਾਂ ਉਹ ਝੋਨਾ ਕਿਉਂ ਲਾਵੇ, ਉਹ ਉੱਪਰ ਕਿਸੇ ਪਦਵੀ 'ਤੇ ਪਹੁੰਚੇ। ਉਹ ਜਿੱਦਾਂ ਤੁਸੀਂ ਗੱਲ ਕੀਤੀ ਸਾਈਕੋਲੋਜੀ ਦੀ, ਅਤੇ ਇੱਕ ਜਿਹੜਾ ਸਾਹਿਤ ਦੇ ਨਾਲ ਜੁੜਿਆ ਹੋਇਆ ਬੱਚਾ ਹੈਗਾ, ਸਟੂਡੈਂਟ ਹੈਗਾ, ਤਾਂ ਉਹਦੇ ਵਿੱਚ ਕਹਿੰਦੇ ਤੇ ਮੈਚਿਓਰਿਟੀ ਬਹੁਤ ਪਹਿਲਾਂ ਆ ਜਾਂਦੀ ਆ, ਕੀ ਇਹ ਸੱਚ ਹੈ? ਬਿਲਕੁਲ ਸੱਚ ਹੈਗਾ ਇਹ, ਬਿਲਕੁਲ ਸੱਚ। ਮੈਂ ਜੇ ਕਹਾਂ, ਮੈਂ ਜਿੰਨੀ ਵੀ ਪੜ੍ਹਾਈ ਕੀਤੀ ਹੈਗੀ ਆ ਉਹ ਆਪਣੀ ਮੈਰਿਜ ਤੋਂ ਬਾਅਦ ਕੀਤੀ ਹੈ, 4 MA ਕੀਤੀਆਂ, ਮੈਂ B.Ed ਕੀਤੀ, ਸਾਰੇ ਦਾ ਸਾਰਾ ਮੈਂ ਕ੍ਰੀਏਟਿਵ ਲਿਖਦਾ ਹੁੰਦਾ ਸੀਗਾ। ਮੈਂ ਇੱਕ ਵਾਰ ਦੇਖ ਲੈਣਾ ਸਿਲੇਬਸ ਨੂੰ, ਥੋੜ੍ਹਾ ਜਿਹਾ ਉਹਨੂੰ ਆਪ ਦੇ ਢੰਗ ਨਾਲ ਐਕਸਪ੍ਰੈਸ ਕਰਨਾ। ਤਾਂ ਮੈਂ ਬੱਚਿਆਂ ਦੇ ਵਿੱਚ ਵੀ ਇਹੀ ਗੁਣ ਪੈਦਾ ਕੀਤਾ ਹੈਗਾ। ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਸੀ, ਜੋ ਕਹਿੰਦਾ ਰਿਹਾ ਹੈ ਹੁਣ ਵੀ ਕਹਿਣਾ ਹੈਗਾ, ਕਿ ਜੋ ਕਿਤਾਬਾਂ ਦੇ ਵਿੱਚ ਲਿਖਿਆ ਹੈਗਾ ਹੈ, ਜੋ ਕੁਐਸਚਨ ਦੇ ਵਿੱਚ ਲਿਖਿਆ, ਪਹਿਲਾਂ ਕੁਐਸਚਨ ਨੂੰ ਸਮਝੋ, ਫਿਰ ਆਪਦੇ ਮਨ ਹੀ ਮਨ ਉਹਨੂੰ ਆਨਸਰ ਨੂੰ ਸਮਝੋ। ਤਾਂ ਆਨਸਰ ਤੁਸੀਂ ਜੇ ਆਪਣੇ ਹਿਸਾਬ ਨਾਲ ਲਿਖੋਗੇ, ਕ੍ਰੀਏਟਿਵ ਲਿਖੋਗੇ, ਕੁਛ ਜੋੜ ਕੇ ਉਹਦੇ ਨਾਲ ਰਿਲੇਟ ਕਰਦਾ ਲਿਖੋਗੇ, ਤਾਂ ਤੁਹਾਡੇ ਨੰਬਰ ਬਹੁਤ ਆਉਣਗੇ। ਤਾਂ ਇੱਥੇ ਮੈਂ ਨੰਬਰਾਂ ਦੀ ਗੱਲ ਕੀਤੀ, ਮੈਂ ਇਹ ਵੀ ਨਾਲ ਇਹਦਾ ਇੱਕ ਮੈਸੇਜ ਦੇ ਰੂਪ ਵਿੱਚ, ਕਿਉਂਕਿ ਵਿਦਿਆਰਥੀ ਵੀ ਦੇਖ ਰਹੇ ਹੋਣਗੇ ਇਹ ਪ੍ਰੋਗਰਾਮ, ਕਿ ਅੰਕ ਵਧਾਉਣੇ ਹੀ ਪ੍ਰਾਪਤੀ ਨਹੀਂ ਹੈਗੀ, ਗਿਆਨ ਤੋਂ ਅਗਲਾ ਪੜਾਅ ਹੈ ਵਿਵੇਕ। ਤੁਸੀਂ ਵਿਵੇਕਸ਼ੀਲ ਹੋਣੇ ਚਾਹੀਦੇ ਆ, ਤੁਸੀਂ ਗਿਆਨਵਾਨ ਹੋਣੇ ਚਾਹੀਦੇ ਆ। ਜਦੋਂ ਤੁਸੀਂ ਗਿਆਨਵਾਨ ਹੋਗੇ, ਵਿਵੇਕਸ਼ੀਲ ਹੋਗੇ, ਤੁਹਾਡੇ ਅੰਕ ਤਾਂ ਆਪਣੇ ਆਪ ਹੀ ਵੱਧ ਆਉਣਗੇ, ਕਿਉਂਕਿ ਅੱਗੇ ਜਿਹੜਾ ਜ਼ਮਾਨਾ ਹੈਗਾ ਹੈ ਉਹ ਅੰਕਾਂ ਦਾ ਜ਼ਮਾਨਾ ਨਹੀਂ ਗਾ, ਵਿਵੇਕ ਦਾ ਜ਼ਮਾਨਾ। ਜੇ ਤੁਹਾਨੂੰ ਨੌਲੇਜ ਹੈਗੀ ਆ, ਗਿਆਨ ਹੈਗਾ, ਤਾਂ ਤੁਸੀਂ ਜਿਹੜੇ ਇੰਟਰੈਂਸ ਹੈਗੇ ਆ, ਟੈਸਟ ਹੈਗੇ ਆ, ਉਹ ਕੁਆਲੀਫਾਈ ਕਰ ਪਾਓਗੇ,
ਜੇ ਅੰਕਾਂ ਦੀ ਦੌੜ 'ਚ ਰਹਿ ਗਏ, ਅੰਕਾਂ ਦੀ ਦੌੜ 'ਚ ਤਾਂ ਮੈਂ ਦੇਖਿਆ ਜਿਨ੍ਹਾਂ ਦੇ 90% ਮਾਰਕਸ ਆ ਬੱਚਿਆਂ ਦੇ, ਉਹਨਾਂ ਨੂੰ ਜੌਬਸ ਨਹੀਂ ਮਿਲਦੀਆਂ ਗਈਆਂ, ਕਿਉਂਕਿ ਇੰਟਰਵਿਊ ਵੇਲੇ ਇਹ ਤੁਹਾਡਾ ਵਿਵੇਕ, ਤੁਹਾਡਾ ਗਿਆਨ, ਤੁਹਾਡਾ ਆਤਮ ਵਿਸ਼ਵਾਸ, ਇਹ ਚੀਜ਼ਾਂ ਵੇਖੀਆਂ ਜਾਂਦੀਆਂ, ਕਿਉਂਕਿ ਉਸ ਟਾਈਮ ਦੇ ਵਿੱਚ ਤੁਹਾਡਾ ਵਿਜ਼ਨ ਕਲੈਰਿਟੀ ਹੋਣੀ ਬਹੁਤ ਜ਼ਿਆਦਾ ਬਿਲਕੁਲ ਬਿਲਕੁਲ ਹਰਮਨ ਜੀ, ਬਿਲਕੁਲ। ਕਿਉਂਕਿ ਤੁਸੀਂ ਗੱਲ ਕਹੀ ਸੀ ਸਾਈਕੋਲੋਜੀ ਦੇ ਨਾਲ ਰਿਲੇਟਡ, ਕਿਉਂਕਿ ਅਗਰ ਬੱਚਾ ਸ਼ੁਰੂ ਤੋਂ ਹੀ ਇਹਦੇ ਨਾਲ ਜੁੜਿਆ ਹੋਊਗਾ ਤਾਂ ਉਹਦੇ ਵਿੱਚ ਇੱਕ ਗੁਣ ਹੋ ਜਾਂਦਾ ਹੈ ਕਿ ਇੱਕ ਇਨਸਾਨ ਨੂੰ ਪਹਿਚਾਨਣਾ, ਅੱਗੇ ਉਹਦੇ ਫਿਊਚਰ ਦੇ ਵਿੱਚ ਉਹਨੇ ਅੱਗੇ ਕੰਮ ਵੀ ਕਰਨਾ, ਤੁਹਾਨੂੰ ਸਹੀ ਤੇ ਗਲਤ ਦੀ ਬਹੁਤ ਜਲਦੀ ਪਹਿਚਾਣ ਹੋ ਜਾਂਦੀ ਹੈਗੀ ਹੈ, ਕਿਉਂਕਿ ਉਹ ਦੂਸਰੇ ਨੂੰ ਪੜ੍ਹਨਾ ਸ਼ੁਰੂ ਕਰ ਦਿੰਦਾ, ਕਿਤਾਬਾਂ ਪੜ੍ਹਨ ਦੇ ਨਾਲ ਨਾਲ ਉਹਨੂੰ ਇਨਸਾਨ ਨੂੰ ਵੀ ਪੜ੍ਹਨਾ ਸ਼ੁਰੂ ਕਰ ਦਿੰਦਾ ਉਹ। ਤੇ ਆਪਾਂ ਜੇ ਗੱਲ ਕਰੀਏ, ਤੁਸੀਂ ਸ਼ਾਇਰੀ ਦੀ ਗੱਲ ਕੀਤੀ, ਤਾਂ ਆਪਣੇ ਦਰਸ਼ਕਾਂ ਨੂੰ ਤੁਸੀਂ ਆਪਦੀ ਕੁਝ ਸ਼ਾਇਰੀ ਹੁਣ ਸੁਣਾ ਵੀ ਦਿਓ। ਹਾਂ, ਕਿਉਂ ਨਹੀਂ ਹਰਮਨ, ਕਿਉਂ ਨਹੀਂ। ਤਾਂ ਉਹ ਗੱਲ ਕਰਤੀ ਹੈਗੀ ਆ ਕਿ ਅੱਛਾ ਬਾਬਾ ਜੀ ਘਿਓ ਕਿੰਨਾ ਪਾ ਦਿਆਂ। ਹਾਂਜੀ, ਉਹ ਕਹਿੰਦਾ ਕਿ ਧੀਏ ਪੁੱਛ ਕੇ। ਤਾਂ ਇੱਕ ਸ਼ਾਇਰ ਨੇ ਜੇ ਸ਼ਾਇਰੀ ਲਿਖੀ ਹੈਗੀ ਆ ਤਾਂ ਉਹ ਸੁਣਾਉਣ ਵਾਸਤੇ ਹੀ ਲਿਖੀ ਹੈਗੀ ਆ। ਤਾਂ ਆਪਾਂ ਸ਼ੁਰੂਆਤ ਕਰਦੇ ਹਾਂ। ਮੇਰੀ ਇੱਕ ਬਹੁਤ ਹੀ ਮਕਬੂਲ ਗਜ਼ਲ ਹੈ, ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ। ਤਾਂ ਜਿੱਥੇ ਜਿੱਥੇ ਪੰਜਾਬੀ ਬੈਠੇ ਆ ਅਤੇ ਔਰ ਸਾਹਿਤ ਨੂੰ ਪ੍ਰੇਮ ਕਰਦੇ ਹੈਗੇ ਆ, ਜਾਂ ਸ਼ਾਇਰੀ ਸੁਣਦੇ ਆ ਜਾਂ ਲਿਖਦੇ ਆ, ਪੜ੍ਹਦੇ ਹੈਗੇ ਆ, ਤਾਂ ਉਹਨਾਂ ਸਾਰਿਆਂ ਕੋਲ ਇਹ ਪਹੁੰਚੀ ਹੋਈ ਹੈ ਗਜ਼ਲ। ਬਹੁਤ ਮਸ਼ਹੂਰ ਗਜ਼ਲ ਹੈਗੀ ਆ ਇਹ ਬਹੁਤ ਸਾਰੇ ਗਾਇਕਾਂ ਨੇ ਗਾਈ ਵੀ ਹੈ। ਤਾਂ ਗਜ਼ਲ ਦਾ ਮਤਲਬ ਹੈ, ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ। ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਬੜੀ ਛੋਟੀ ਜਿਹੀ ਕੀਮਤ 'ਤੇ ਨੇ ਵੱਡੀਆਂ ਹਸਤੀਆਂ ਵਿਕੀਆਂ। ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਬੜੀ ਛੋਟੀ ਜਿਹੀ ਕੀਮਤ 'ਤੇ ਨੇ ਵੱਡੀਆਂ ਹਸਤੀਆਂ ਵਿਕੀਆਂ। ਸਿਆਸਤ ਨੇ ਅਨੋਖੀ ਇੱਕ ਰਵਾਇਤੀ ਚਾਲ ਕੀ ਚੱਲੀ, ਸਿਆਸਤ ਨੇ ਅਨੋਖੀ ਇੱਕ ਰਵਾਇਤੀ ਚਾਲ ਕੀ ਚੱਲੀ, ਕਿ ਆਟੇ ਦਾਲ ਦੇ ਭਾਅ ਕੁੱਲ ਨਗਰ 'ਤੇ ਬਸਤੀਆਂ ਵਿਕੀਆਂ। ਤੂੰ ਵੇਖੀ ਅੱਧ ਵਿਚਾਲੇ ਤੈਨੂੰ ਇਹਨਾਂ ਡੋਬ ਦੇਣਾ ਏ, ਤੂੰ ਵੇਖੀ ਅੱਧ ਵਿਚਾਲੇ ਤੈਨੂੰ ਇਹਨਾਂ ਡੋਬ ਦੇਣਾ ਏ। ਸਮੁੰਦਰ ਕੋਲ ਸਭ ਮਾਂਝੀ ਤੇ ਸਭ ਹੀ ਕਸ਼ਤੀਆਂ ਵਿਕੀਆਂ। ਕੁੜੀ ਦੀਆਂ ਰੀਝਾਂ ਚਾਵਾਂ ਸਦਰਾਂ ਦਾ ਜਦ ਵਣਜ ਹੋਇਆ ਸੀ, ਕੁੜੀ ਦੀਆਂ ਰੀਝਾਂ ਚਾਵਾਂ ਸਦਰਾਂ ਦਾ ਜਦ ਵਣਜ ਹੋਇਆ ਸੀ, ਕਿ ਟੂਮਾਂ ਮਹਿੰਗੀਆਂ ਵਿਕੀਆਂ ਤੇ ਸਦਰਾਂ ਸਸਤੀਆਂ ਵਿਕੀਆਂ। ਕੁੜੀ ਦੀਆਂ ਰੀਝਾਂ ਚਾਵਾਂ ਸਦਰਾਂ ਦਾ ਜਦ ਵਣਜ ਹੋਇਆ ਸੀ, ਕਿ ਟੂਮਾਂ ਮਹਿੰਗੀਆਂ ਵਿਕੀਆਂ ਤੇ ਸਦਰਾਂ ਸਸਤੀਆਂ ਵਿਕੀਆਂ। ਤਾਂ ਮੈਂ ਬੁੱਲੇ ਸ਼ਾਹ ਦੀ ਪਰੰਪਰਾ ਦਾ ਸ਼ਾਇਰ ਹੈਗਾ ਏ। ਮੈਂ ਪਹਿਲਾਂ ਵੀ ਕਿਹਾ ਸੀ ਮੈਂ ਬੁੱਲੇ ਸ਼ਾਹ ਤੋਂ ਪ੍ਰਭਾਵਿਤ ਹਾਂ। ਤਾਂ ਉਹਨਾਂ ਨੂੰ ਲੈ ਕੇ ਇੱਕ ਜਿਹੜਾ ਗਜ਼ਲ ਦਾ ਆਖਰੀ ਸ਼ੇਅਰ ਹੈ, ਬੁੱਲੇ ਸ਼ਾਹ ਦੇ ਨਾਮ ਹੀ ਹੈ। ਹਰ ਇੱਕ ਹੀ ਦੌਰ ਦੇ ਮੁੱਲਾਂ ਤੇ ਹਾਕਮ ਜ਼ੋਰ ਲਾਉਂਦੇ ਨੇ, ਹਰ ਇੱਕ ਹੀ ਦੌਰ ਦੇ ਮੁੱਲਾਂ ਤੇ ਹਾਕਮ ਜ਼ੋਰ ਲਾਉਂਦੇ ਨੇ। ਕਦੇ ਬੁੱਲਾ ਨਹੀਂ ਵਿਕਿਆ ਨਾ ਉਸ ਦੀਆਂ ਮਸਤੀਆਂ ਵਿਕੀਆਂ। ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਬੜੀ ਛੋਟੀ ਜਿਹੀ ਕੀਮਤ 'ਤੇ ਨੇ ਵੱਡੀਆਂ ਹਸਤੀਆਂ ਵਿਕੀਆਂ। ਤਾਂ ਮੇਰੀ ਅਗਲੀ ਗਜ਼ਲ ਹੈ, ਸੰਵੇਦਨਾ ਦੀ ਗੱਲ ਦੇਖੋ ਤੁਸੀਂ। ਜਿੰਨਾ ਕਵੀ ਕੋਈ ਸੰਵੇਦਨਸ਼ੀਲ ਹੋਏਗਾ, ਉਨੀ ਉਹਦੀ ਰਚਨਾ ਦੇ ਵਿੱਚ ਜ਼ਿਆਦਾ ਦਮ ਹੋਏਗਾ। ਜ਼ਰਦ ਹੋਏ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰ। ਮਤਲਬ ਅਰਜ਼ ਹੈ ਕਿ ਜ਼ਰਦ ਹੋਏ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰ, ਐ ਬਹਾਰੇ ਪਤਝੜਾਂ ਦੇ ਦਰਦ ਨੂੰ ਮਹਿਸੂਸ ਕਰ। ਧੋਤੀਆਂ ਸੜਕਾਂ ਦੇ ਰਾਹੀ ਬਹੁਤ ਪੈੜੇ ਮੇਰੀਏ, ਧੋਤੀਆਂ ਸੜਕਾਂ ਦੇ ਰਾਹੀ ਬਹੁਤ ਪੈੜੇ ਮੇਰੀਏ, ਪਰ ਤੂੰ ਸੁੰਨੇ ਰਸਤਿਆਂ ਦੇ ਦਰਦ ਨੂੰ ਮਹਿਸੂਸ ਕਰ। ਵੇਖ ਨਾ ਸ਼ਬਦਾਂ ਦਾ ਸੋਹਜ, ਅਰਥਾਂ ਦੀ ਸ਼ਿੱਦਤ ਨਾ ਵੇਖ, ਵੇਖ ਨਾ ਸ਼ਬਦਾਂ ਦਾ ਸੋਹਜ, ਅਰਥਾਂ ਦੀ ਸ਼ਿੱਦਤ ਨਾ ਵੇਖ। ਅੱਖਰਾਂ ਵਿੱਚ ਅੱਖਰਾਂ ਦੇ ਦਰਦ ਨੂੰ ਮਹਿਸੂਸ ਕਰ। ਫੁੱਲਾਂ ਦੇ ਝੜ ਜਾਣ ਦਾ ਜਰਦੇ ਰਹੇ ਕਿੰਜ ਹਾਦਸਾ, ਫੁੱਲਾਂ ਦੇ ਝੜ ਜਾਣ ਦਾ ਜਰਦੇ ਰਹੇ ਕਿੰਜ ਹਾਦਸਾ। ਗਮਲਿਆਂ ਦੇ ਬੂਟਿਆਂ ਦੇ ਦਰਦ ਨੂੰ ਮਹਿਸੂਸ ਕਰ, ਕਿ ਹੰਝੂਆਂ ਦਾ ਛੱਡ ਖਹਿੜਾ ਹੋ ਗਏ ਜਿਹੜੇ ਯਤੀਮ, ਹੰਝੂਆਂ ਦਾ ਛੱਡ ਖਹਿੜਾ ਹੋ ਗਏ ਜਿਹੜੇ ਯਤੀਮ। ਮੇਰੇ ਉਹਨਾਂ ਹਾਸਿਆਂ ਦੇ ਦਰਦ ਨੂੰ ਮਹਿਸੂਸ ਕਰ। ਤੋ ਸ਼ੇਅਰ ਹੈ ਕਿ ਸੀਨੇ ਸਜਿਆਂ ਤਗਮਿਆਂ ਨੂੰ ਵੇਖ ਕੇ ਹੀ ਖੁਸ਼ ਨਾ ਹੋ, ਸੀਨੇ ਸਜਿਆਂ ਤਗਮਿਆਂ ਨੂੰ ਵੇਖ ਕੇ ਹੀ ਖੁਸ਼ ਨਾ ਹੋ। ਛਲਣੀ ਹੋਏ ਸੀਨਿਆਂ ਦੇ ਦਰਦ ਨੂੰ ਮਹਿਸੂਸ ਕਰ। ਗੀਤ ਨਾ ਪੂਰਾ ਬਣੇ ਜੋ, ਆਖਰੀ ਸ਼ੇਅਰ ਹੈ ਕਿ ਗੀਤ ਨਾ ਪੂਰਾ ਬਣੇ ਜੋ, ਤਰਸ ਗਏ ਆਵਾਜ਼ ਨੂੰ, ਮੁਖੜਿਆਂ ਦੇ ਦੁਖੜਿਆਂ ਦੇ ਦਰਦ ਨੂੰ ਮਹਿਸੂਸ ਕਰ। ਜ਼ਰਦ ਹੋਏ ਪੱਤਿਆਂ ਦੇ ਦਰਦ ਨੂੰ ਮਹਿਸੂਸ ਕਰ, ਐ ਬਹਾਰੇ ਪਤਝੜਾਂ ਦੇ ਦਰਦ ਨੂੰ ਮਹਿਸੂਸ ਕਰ। ਇੱਕ ਹੋਰ ਗਜ਼ਲ ਪੇਸ਼ ਕਰਾਂਗਾ ਮੈਂ। ਇਹ ਮੌਸਮ ਜ਼ਰਦ ਹੈ ਭਾਵੇਂ,
ते फिर भी मन हरा पत्ता। मेरी काफ़ी मकबूल गज़ल है ये मौसम जर्द है भावें ते फिर भी मन हरा पत्ता, सलामत रहन रुख सारे दुआवां मंगदा पत्ता। बिरख दे हेठों गुमियां रौनकां नूं झूरदा पत्ता, बिरख दे हेठों गुमियां रौनकां नूं झूरदा पत्ता, है मन भरिया निगाह खाली ते फिर भी देखदा पत्ता। पई जद पींग टाणे ते सी खिड़खिड़ हस्या पत्ता, पई जद पींग टाणे ते सी खिड़खिड़ हस्या पत्ता, फिरी आरी तणे ते जद तां भुब्बी रो पिया पत्ता। ये थां थां भटकदा है तड़फदा है ते धूड़ विच रुलदा है, मेरा ये मन भी मैनू जापदा है टुटिया पत्ता। मुड़े ना रांगले सज्जन, शेर है कि मुड़े ना रांगले सज्जन, हकीकत समझ फिर आई, भला कद फिर जुड़दा टाणियों जो टुट गया पत्ता। काबले गौर शेर है, तूफाना झक्खड़ां दे नाल आखर तीक ये लड़िया, तूफाना झक्खड़ां दे नाल आखर तीक ये लड़िया, सुखाला इना तानी टाणी नालों टुटिया पत्ता। सदा ये झूमना चाहे सदा ये टहकना चाहे, सदा ये झूमना चाहे सदा ये टहकना चाहे, न चाहुंदा सुकना पत्ता न चाहुंदा टुटना पत्ता। मुहब्बत विच मज़ा किन्ना मिलन विच लुत्फ है किन्ना, मुहब्बत विच मज़ा किन्ना मिलन विच लुत्फ है किन्ना, कदे एक वार फुੱਲ दा मुख चुमदा वेखना पत्ता। तो आखिरी शेर है, बहुत ही काबिल गौर शेर है। यकीनन सारा जंगल एक ना एक दिन कट्टिया जाना, यकीनन सारा जंगल एक ना एक दिन कट्टिया जाना है, जे डर के आरी कोलों कल्ला कल्ला झुक गया पत्ता। एक किसानी संघर्ष नूं भी समर्पित है मेरा शेर। यकीनन सारा जंगल एक ना एक दिन कट्टिया जाना, जे डर के आरी कोलों कल्ला कल्ला झुक गया पत्ता। ये मौसम जर्द है भावें ते फिर भी मन हरा पत्ता, सलामत रहन रुख सारे दुआवां मंगदा पत्ता। हाँ बात है। पहला ਜਿਹੜਾ ਤੁਹਾਡਾ ਸ਼ੇਅਰ ਸੀਗਾ ਕਿ ਜ਼ਮੀਰਾਂ ਸਸਤੀਆਂ ਵਿਕੀਆਂ ਹਸਤੀਆਂ, ਉਹ ਵੀ ਮਤਲਬ ਵੀ ਅੱਜ ਕਰੋਨਾ ਦੀ ਆਪਾਂ ਜੇ ਗੱਲ ਕਰੀਏ ਕਿ ਉਹ ਅੱਜ ਦੀਆਂ ਸਰਕਾਰਾਂ ਕੀ ਆਪਾਂ ਨੂੰ ਬਹੁਤ ਕੁਝ ਫ੍ਰੀ ਦੇ ਰਹੀਆਂ, ਵੈਸੇ ਉਹ ਵੀ ਫ੍ਰੀ ਨਹੀਂ ਹੈਗਾ, ਆਪਣੇ ਵੱਲੋਂ ਹੀ ਲਿਆ ਗਿਆ ਹੋਇਆ ਵੀ ਸਭ ਕੁਝ ਉਹ ਫ੍ਰੀ ਦੇਣਗੀਆਂ, ਬਟ ਉਹ ਗਿਆਨ ਫ੍ਰੀ ਦੇ ਵਿੱਚ ਨਹੀਂ ਦੇਣਗੀਆਂ। ਕੀ ਕਾਰਨ ਹੈ ਇਹਨਾਂ ਦੇ? ਗਿਆਨ ਤਾਂ ਉਹ ਮੁੱਲ ਵੀ ਨਹੀਂ ਦੇਣਗੀਆਂ। ਤੁਸੀਂ ਫਰੀ ਦੀ ਗੱਲ ਕਰਦੇ ਆ, ਜੇ ਆਪਾਂ ਮੁੱਲ ਮੰਗੀਏ ਨਾ ਗਿਆਨ, ਉਹ ਵੀ ਮੈਂ ਪਹਿਲਾਂ ਹੀ ਸਿਲੇਬਸ ਦੀ ਗੱਲ ਕੀਤੀ ਹੈਗੀ ਆ, ਤਾਂ ਸਾਡੇ ਸਿਲੇਬਸ ਦੇ ਵਿੱਚ ਉਹ ਕੁਝ ਪੜਾਇਆ ਜਾ ਰਿਹਾ ਜਿਸ ਦੀ ਸਾਡੇ ਬੱਚਿਆਂ ਨੂੰ ਜ਼ਰੂਰਤ ਨਹੀਂ ਗੀ। ਜੋ ਸੱਚ ਹੈਗਾ, ਜੋ ਅਸਲ ਗਿਆਨ ਹੈਗਾ, ਉਹ ਪੜਾਇਆ ਨਹੀਂ ਜਾ ਰਿਹਾ ਹੈਗਾ। ਮੇਰਾ ਇੱਕ ਗੀਤ ਵੀ ਹੈਗਾ, ਇਸ ਤੇ ਮੈਂ ਲਿਖਿਆ, ਬੂਟੇ ਪੁੱਟੀਏ ਸਰਕੜੇ ਦੇ ਆਓ ਬੀਜੀਏ ਗੁਲਾਬਾਂ ਨੂੰ, ਕੌੜੇ ਸੱਚ ਨੂੰ ਛਪਾਉਂਦੀਆਂ ਜੋ ਸਾੜ ਸੁੱਟੀਏ ਕਿਤਾਬਾਂ ਨੂੰ। ਤਾਂ ਸਲਫਾਸ ਦੀ ਗੱਲ ਹੈਗੀ ਆ ਤਿੰਨ ਜਿਹੜੇ ਬਿੱਲ ਹੈਗੇ ਆ, ਕਦੇ ਤੁਸੀਂ ਕੁਐਸਚਨ ਦੇ ਵਿੱਚ, ਕੁਐਸਚਨ ਪੇਪਰ ਦੇ ਵਿੱਚ, ਕਿਸੇ ਸਿਲੇਬਸ ਦੇ ਵਿੱਚ ਕਦੇ ਕੁਐਸਚਨ ਕਿਤੇ ਗੱਲ ਹੋਈ ਹੈ ਜੀ ਕਿ ਕਿਸਾਨ ਜਿਹੜੇ ਹੈਗੇ ਆ, ਲੱਖਾਂ ਕਿਸਾਨ ਜਿਹੜੇ ਹੈਗੇ ਆ ਖੁਦਕੁਸ਼ੀਆਂ ਕਰ ਗਏ, ਉਹ ਸਲਫਾਸ ਖਾ ਕੇ ਜਾਂ ਹੋਰ ਫਾਹਾ ਲੈ ਕੇ ਮਰ ਗਏ। ਕੋਈ ਕੁਐਸਚਨ ਪੇਪਰ ਦੇ ਵਿੱਚ ਕਦੇ ਕੁਐਸਚਨ ਆਇਆ? ਇਹ ਬਿਲਕੁਲ ਨਹੀਂ ਆਇਆ ਤੇ ਨਾ ਹੀ ਇਹ ਆਏਗਾ, ਕਿਉਂਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੈਗੀਆਂ ਉਹ ਸਾਮਰਾਜਵਾਦੀ ਸਰਕਾਰਾਂ ਹੈਗੀਆਂ। ਉਹ ਆਪਣੇ ਲੋਕਾਂ ਨੂੰ ਭੇਡਾਂ ਦੇ ਵਾਂਗ, ਡੰਗਰਾਂ ਦੇ ਵਾਂਗ ਰੱਖਣਾ ਚਾਹੁੰਦੀਆਂ ਵੀ ਇਹ ਪਸ਼ੂ ਦੇ ਪਸ਼ੂ ਰਹਿਣ, ਇਹ ਗਿਆਨਵਾਨ ਨਾ ਸਕਦੇ। ਕਿ ਗਿਆਨ ਦੇ ਨਾਲ ਉਹਨਾਂ ਦੇ ਵਿੱਚ ਜਿਹਨਾਂ ਦੇ ਵਿੱਚ ਕੁਐਸਚਨਸ ਉਤਪੰਨ ਹੋਣਗੇ ਤਾਂ ਉਹਨਾਂ ਦੇ ਜਵਾਬ ਸਰਕਾਰਾਂ ਕੋਲ ਨਹੀਂ ਹੈਗੇ। ਬਿਲਕੁਲ ਬਿਲਕੁਲ। ਤੇ ਜੇ ਆਪਾਂ ਗੱਲ ਕਰੀਏ, ਬੜਾ ਨਾਰਮਲ ਕੁਐਸਚਨ ਹੈ ਕਿ ਮਤਲਬ ਇੱਕ ਰਾਈਟਰ ਲਿਖਦਾ ਕਿਉਂ? ਉਹਦੇ ਨਾਲ ਲਿਖਣ ਨਾਲ ਮਤਲਬ ਕੀ ਭਾਵਨਾਵਾਂ, ਕਿ ਉਹ ਕੀ ਸੰਤੁਸ਼ਟੀ ਕਿਵੇਂ ਫੀਲ ਕਰਦਾ, ਉਹ ਕਿਸ ਤਰੀਕੇ? ਇਹ ਪਹਿਲਾਂ ਤਾਂ ਮੈਂ ਤੁਹਾਡੇ ਕੁਐਸਚਨ ਬਾਰੇ ਗੱਲ ਕਰਾਂਗਾ। ਮੈਨੂੰ ਇਤਰਾਜ਼ ਹੈਗਾ, ਇਹ ਨਾਰਮਲ ਕੁਐਸਚਨ ਨਹੀਂ ਗਾ, ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ, ਇਹ ਬਹੁਤ ਇਹ ਵਿਸ਼ੇਸ਼ ਕੁਐਸਚਨ ਹੈਗਾ। ਇਹ ਤਾਂ ਕਈ ਕਹਿ ਦੇਣਗੇ ਕਿ ਮੈਂ ਤਾਂ ਜੀ ਇਹ ਮੇਰਾ ਸ਼ੌਕ ਹੈਗਾ ਲਿਖਣਾ। ਲਿਖਣਾ ਸ਼ੌਕ, ਜੇ ਸ਼ੌਕ ਲਿਖਣ ਦਾ ਹੈਗਾ ਤਾਂ ਹੋਰ ਬਹੁਤ ਸਾਰੇ ਸ਼ੌਕ ਹੁੰਦੇ ਆ, ਸੰਗੀਤ ਸੁਣ ਲਓ ਤੁਸੀਂ, ਕੋਈ ਹੋਰ ਕੰਮ, ਕ੍ਰਿਕਟ ਖੇਡ ਲਓ, ਪਰ ਇਹ ਜਿਹੜਾ ਕੰਮ ਹੈਗਾ, ਇਹ ਲਿਖਣ ਦਾ ਕੰਮ ਹੈਗਾ, ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਕੰਮ ਹੈਗਾ। ਜਿਵੇਂ ਇੱਕ ਪਹਿਰੇਦਾਰ ਹੈਗਾ ਏ, ਉਹਨੂੰ ਰਾਖੀ ਤੇ ਬਿਠਾਤਾ ਆਪਾਂ, ਉਹ ਪਹਿਰੇਦਾਰੀ ਕਰਦਾ, ਤੇ ਲੇਖਕ ਨੇ ਵੀ ਆਪਣੇ ਸਮਾਜ ਦੀ, ਲੋਕਾਂ ਦੀ, ਜਿਹੜੀ ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ, ਸਾਮਰਾਜਵਾਦ, ਸੱਤਾਵਾਦੀ ਲੋਕ ਹੈਗੇ ਆ, ਜਾਂ ਉਹਨਾਂ ਦੇ ਹੱਕ, ਸੱਚ, ਇਨਸਾਫ, ਨਿਆਂ ਦੀ ਗੱਲ ਹੈਗੀ ਆ, ਉਹਦੇ ਤੋਂ ਪਹਿਰੇਦਾਰੀ ਕਰਨੀ ਹੁੰਦੀ ਹੈ। ਇੱਕ ਲੇਖਕ ਬਹੁਤ ਵੱਡਾ ਪਹਿਰੇਦਾਰ ਹੁੰਦਾ ਹੈਗਾ। ਮੈਂ ਜੇ ਲਿਖਦਾ ਹੈਗਾ, ਮੈਂ ਲੋਕਾਂ ਦੇ ਦਰਦ ਨੂੰ ਲਿਖਦਾ ਹੈਗਾ। ਮੈਂ ਨਾ ਜੋ ਸਹੂਲਤਾਂ ਜਿਹੜੀਆਂ ਪੂੰਜੀਪਤੀਆਂ ਕੋਲ ਹੈ, ਜਿਹੜੇ ਸੰਸਾਰ ਦੇ 10 ਕੁ ਵਿਅਕਤੀਆਂ ਕੋਲ ਹੈ, ਉਹ ਸਾਰਿਆਂ ਕੋਲ ਕਿਉਂ ਨਹੀਂ ਗਾ। ਮੇਰਾ ਇੱਕ ਸ਼ੇਅਰ ਵੀ ਹੈਗਾ, ਇੱਕ ਦੇ ਘੜੇ 'ਚ ਪਾਣੀ, ਇਹ ਸ਼ੇਅਰ ਮੇਰਾ ਹੈਗਾ ਏ,
ਕੁਦਰਤ ਦੀ ਇਹ ਮਿਹਰ ਨਹੀਂ ਹੈ, ਵਿੱਚੇ ਕਾਲਾ ਮਾਲਾ ਹੈ। ਇੱਕ ਦੇ ਘੜੇ 'ਚ ਪਾਣੀ ਨਹੀਂ, ਇੱਕ ਮਹਿਕਾਂ ਨਾਲ ਨਹਾਉਂਦਾ ਹੈ। ਇੱਕ ਦੇ ਕੋਲ ਤਾਂ ਜ਼ਹਿਰ ਖਾਣ ਨੂੰ ਵੀ ਪੈਸਾ ਹੈ ਨਹੀਂਗਾ, ਤੇ ਇੱਕ ਦੇ ਕੋਲ ਜਿਹੜਾ ਮਠਿਆਈਆਂ, ਬਰਫੀਆਂ, ਹੋਰ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਮਤਲਬ ਪਦਾਰਥ ਜਿਹੜੇ ਹੈਗੇ ਆ ਖਾਣ ਵਾਸਤੇ, ਜਿਹੜੇ ਪੈਸੇ ਪਏ ਉਹਨਾਂ ਕੋਲ ਪਦਾਰਥ ਇੰਨਾ ਵਾਧੂ ਆ ਉਹ ਖਾ ਨਹੀਂ ਸਕਦੇ ਹੈਗੇ, ਖਰਾਬ ਹੋ ਜਾਂਦੇ ਹੈਗੇ ਆ ਕਰੋੜਾਂ ਜਿਹੜਾ ਟਨ ਹੈਗਾ ਏ ਅਨਾਜ ਹੈਗਾ ਏ, ਉਹ ਸਾਡੀਆਂ ਸਰਕਾਰਾਂ ਜਿਹੜੀਆਂ ਸਮੁੰਦਰ ਦੇ ਵਿੱਚ ਉਹ ਜ਼ਰੂਰਤਮੰਦਾਂ ਕੋਲ ਜਾਂਦੇ ਨਹੀਂ, ਉਹ ਗੋਦਾਮਾਂ ਦੇ ਵਿੱਚ ਸੜ ਜਾਂਦੇ ਆ। ਮੈਨੂੰ ਤਾਂ ਇੱਥੋਂ ਤੱਕ ਵੀ ਜਾਣਕਾਰੀ ਮਿਲੀ ਹੈ ਕਿ ਮੰਡੀਆਂ ਦੇ ਵਿੱਚ ਭਾਅ ਜਿਹੜੇ ਹੈਗੇ ਆ ਉਹ ਡਾਊਨ ਨਾ ਹੋ ਜਾਣ ਕਿਤੇ, ਇਸ ਕਰਕੇ ਕਰੋੜਾਂ ਟਨ ਜਿਹੜਾ ਹੈਗਾ ਏ ਅਨਾਜ ਜਿਹੜਾ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈਗਾ। ਕਣਕ ਜਿਹੜੀ ਹੈਗੀ ਆ ਇਹ ਵੀ ਹੈਗੀ ਹੈ। ਤਾਂ ਅੱਜ ਤੁਸੀਂ ਗੱਲ ਕੀਤੀ ਵੀ ਸਰਕਾਰਾਂ ਇਸ ਕਰਕੇ ਆਪਣੇ ਦਿਮਾਗ ਨੂੰ ਕੀ ਆ ਉਹ ਖੁੱਲੇ ਨਾ ਹੋ ਜਾਣ ਕਿ ਆਪਾਂ ਕੁਐਸਚਨਸ ਨਾ ਰਾਈਜ਼ ਕਰ ਲਈ, ਇਸ ਕਰਕੇ ਉਹ ਜਿਹੜਾ ਸਾਹਿਤ ਦੇ ਨਾਲ ਜੋੜਨ ਦੀ ਕੋਸ਼ਿਸ਼ ਨਹੀਂ ਕਰ ਰਹੀ। ਕਿ ਤੁਸੀਂ ਕੁਛ ਇੱਦਾਂ ਦਾ ਉਦਮ ਕਰ ਰਹੇ ਹੋ ਕਿ ਬੱਚਿਆਂ ਨੂੰ, ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਸਾਹਿਤ ਦੇ ਨਾਲ ਜੋੜਿਆ ਜਾ ਸਕੇ? ਕਿਹੜੀਆਂ ਤੁਹਾਡੀ ਸੁਭਾਵਾਂ ਹੈਗੀਆਂ ਨੇ ਤੇ ਕਿੱਥੋਂ ਕਿੱਥੋਂ ਤੁਹਾਨੂੰ ਪੁਰਸਕਾਰ ਮਿਲੇ, ਉਹਦੇ ਬਾਰੇ ਵੀ ਦੱਸੋ ਸਾਨੂੰ। ਹਾਂ ਹਰਮਨ ਜੀ, ਬਹੁਤ ਵਧੀਆ ਸਵਾਲ ਹੈ। ਪਹਿਲਾਂ ਤਾਂ ਮੈਂ ਇਹ ਆਪਦੇ ਅਧਿਆਪਨ ਜਿਹੜਾ ਸਫ਼ਰ ਸੀ ਮੈਂ ਅਧਿਆਪਕ ਕੀਤਾ, 38 ਸਾਲ ਦਾ ਮੇਰਾ ਸਫ਼ਰ ਹੈਗਾ। ਮੈਂ ਰੂੜੀ ਕਪੂਰਾ ਤੋਂ, ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈਗਾ, ਉੱਥੋਂ ਸਫ਼ਰ ਬਤੌਰ ਅਧਿਆਪਕ ਸ਼ੁਰੂ ਕੀਤਾ ਸੀ। ਤੇ ਮੇਰਾ ਸਫ਼ਰ ਵੱਖ-ਵੱਖ ਸਕੂਲਾਂ ਤੋਂ ਹੁੰਦਾ ਹੋਇਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੜਾ ਵਿਖੇ ਸਮਾਪਤ ਹੋਇਆ। ਮੇਰਾ 20 ਸਾਲ ਦਾ ਇੱਥੇ ਠਹਿਰਾ ਹੈਗਾ ਹੈ। ਤਾਂ ਮੈਂ ਕਹਾਂਗਾ ਇਹ ਸੁਨਹਿਰੀ ਕਾਲ ਆ ਮੇਰਾ ਭੋਗੜਾ ਸਕੂਲ ਦੇ ਵਿੱਚ ਨੌਕਰੀ ਦਾ। ਤਾਂ ਹੁਣ ਤੋਂ ਲੈ ਕੇ ਖੁਸ਼ਵੰਤ ਬਰਗਾੜੀ ਹੈ 83 ਦੇ ਵਿੱਚ ਮੇਰੇ ਕੋਲ ਪੜ੍ਹਦਾ ਰਿਹਾ ਹੈਗਾ ਹੈ, ਤੇ ਇਸ ਵਕਤ ਬਹੁਤ ਸੋਹਣੀ ਨਜ਼ਮ ਵੀ ਲਿਖਦਾ ਹੈਗਾ। ਇੱਕ ਕਿਤਾਬਾਂ ਦਾ ਉਹ ਪੁਸਤਕਾਂ ਦਾ ਮੈਂ ਕਹਾਂਗਾ ਦੂਤ ਹੈਗਾ। ਉਹ ਇੰਨਾ ਲਿਟਰੇਚਰ ਉਹ ਲੋਕਾਂ ਤੱਕ, ਬੱਚਿਆਂ ਤੱਕ ਪਹੁੰਚਾ ਰਿਹਾ ਹੈਗਾ, ਬੱਚਿਆਂ ਨੂੰ ਲੜ ਲਾ ਰਿਹਾ ਹੈਗਾ। ਤੇ ਜੇ ਮੇਰਾ ਵਿਦਿਆਰਥੀ ਇਹ ਕੰਮ ਕਰ ਰਿਹਾ ਹੈਗਾ ਤਾਂ ਉਹ ਇੱਕ ਮੈਂ ਕਹਾਂਗਾ ਉਹ ਮੇਰੀ ਦੇਣ ਕਰਕੇ ਹੈਗਾ। ਫਿਰ ਮੈਂ ਤਾਂ ਇਹ ਕੰਮ ਕਰਦਾ ਹੀ ਕਰਦਾ ਹੈਗਾ। ਖੁਸ਼ਵੰਤ ਬਰਗਾੜੀ ਤੋਂ ਇਲਾਵਾ ਹੋਰ ਬਹੁਤ ਸਾਰੇ, ਨਵਦੀਪ ਰਾਏ ਆ ਮੁੰਡਾ ਇੱਕ ਪੁਲਿਸ ਦੇ ਵਿੱਚ, ਉਹ ਮੇਰੀ ਪ੍ਰੇਰਨਾ ਨਾਲ ਲਿਖਣ ਲੱਗਿਆ। ਇਸ ਤਰ੍ਹਾਂ ਦਰਜਨਾਂ ਜਿਹੜੇ ਨਾਮ ਮੈਂ ਗਿਣਾ ਸਕਦਾ ਹੈਗਾ ਜਿਹੜੇ ਇਸ ਵਕਤ ਜਿਨ੍ਹਾਂ ਦੀਆਂ ਕਿਤਾਬਾਂ ਵੀ ਭਵਿੱਖ ਦੇ ਵਿੱਚ ਛਪਣਗੀਆਂ ਤੇ ਜਿਹੜੇ ਮੈਗਜ਼ੀਨਾਂ ਦੇ ਵਿੱਚ। ਯਾਦ ਆਇਆ ਕਿ ਤੁਹਾਡੀਆਂ ਹੁਣ ਤੱਕ ਕਿਹੜੀਆਂ ਕਿਤਾਬਾਂ ਛਪ ਚੁੱਕੀਆਂ ਨੇ ਤਾਂ ਜੋ ਦਰਸ਼ਕ ਉਹਨਾਂ ਨੂੰ ਪੜ੍ਹ ਸਕਣ? ਹਾਂ, ਮੇਰੀਆਂ ਹੁਣ ਤੱਕ ਜਿਹੜੀਆਂ, ਕਿਉਂਕਿ ਮੈਂ ਘੱਟ ਲਿਖਣ ਦੇ ਵਿੱਚ ਤੇ ਵੱਧ ਪੜ੍ਹਨ ਦੇ ਵਿੱਚ, ਵੱਧ ਸੋਚਣ ਦੇ ਵਿੱਚ ਵਿਸ਼ਵਾਸ ਰੱਖਦਾ ਹੈਗਾ। ਗੁਣਵੱਤਾ ਵਿੱਚ ਵਿਸ਼ਵਾਸ ਆ ਮੇਰਾ, ਗਿਣਤੀ ਦੇ ਵਿੱਚ ਵਿਸ਼ਵਾਸ ਨਹੀਂ ਗਾ। ਮੇਰੀ 2006 ਦੇ ਵਿੱਚ ਪਲੇਠੀ ਪੁਸਤਕ ਆਈ ਸੀਗੀ ਹਰਫਾਂ ਦੇ ਪੁਲ, ਜਿਹੜੀ ਕੁਕਨੂਸ ਪ੍ਰਕਾਸ਼ਨ ਨੇ ਛਾਪੀ ਸੀਗੀ। ਉਸ ਤੋਂ ਬਾਅਦ 2010 ਦੇ ਵਿੱਚ ਇਹਦਾ ਦੂਸਰਾ ਐਡੀਸ਼ਨ ਆਇਆ, ਇਹ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ ਸੀਗਾ। ਤੇ ਇਹ ਕਾਫੀ ਚਰਚਿਤ ਰਹੀ ਹੈ ਕਿਤਾਬ ਸਾਹਿਤਕ ਹਲਕਿਆਂ ਦੇ ਵਿੱਚ, ਤਾਂ ਇਹਨੂੰ ਅਵਾਰਡ ਵੀ ਮਿਲੇ। ਉਸ ਤੋਂ ਬਾਅਦ 2010 ਦੇ ਵਿੱਚ ਮੈਂ ਇੱਕ ਕਿਤਾਬ ਐਡਿਟ ਕੀਤੀ, ਪ੍ਰੋਫੈਸਰ ਰੁਪਿੰਦਰ ਮਾਨ ਜੀਵਨ ਤੇ ਰਚਨਾ। ਤਾਂ ਇਸ ਤੋਂ ਬਿਨਾਂ ਇਸ ਵਕਤ ਮੇਰੀ ਕਿਤਾਬ ਹੁਣ ਖਰੜਾ ਮੇਰੇ ਕੋਲ ਹੈਗਾ, ਉਹਨੂੰ ਮੈਂ ਸੋਧ ਰਿਹਾ ਹੈਗਾ। ਤਾਂ ਉਹ 6 ਮਹੀਨਿਆਂ ਦੇ ਵਿੱਚ ਮੇਰੀ ਜਿਹੜੀ ਦੂਸਰੀ ਕਿਤਾਬ ਵੀ ਆ ਜਾਏਗੀ। ਇਹ ਹਰਫਾਂ ਦੇ ਪੁਲ ਮੈਂ ਜ਼ਰੂਰ ਪਾਠਕਾਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਉਹ ਪੜ੍ਹਨ ਜ਼ਰੂਰ। ਲੋਕ ਗੀਤ ਪ੍ਰਕਾਸ਼ਨ ਨੇ ਕਿਤਾਬ ਛਾਪੀ ਹੈਗੀ ਆ, ਬਠਿੰਡੇ ਦੇ ਬੋਹਰਾ ਨਿਊਜ਼ ਏਜੰਸੀ ਤੋਂ ਇਹ ਕਿਤਾਬ ਮਿਲ ਸਕਦੀ ਹੈ, ਬੱਸ ਸਟੈਂਡ ਦੀ ਵੈਬਸਾਈਟ 'ਤੇ ਹੈ, ਤਾਂ ਜ਼ਰੂਰ ਪੜ੍ਹਨ ਇਹ। ਤੇ ਜਿਹੜੀ ਗਜ਼ਲ ਜ਼ਮੀਨਾਂ ਮਹਿੰਗੀਆਂ ਵਿਕੀਆਂ, ਜ਼ਮੀਰਾਂ ਸਸਤੀਆਂ ਵਿਕੀਆਂ, ਮੈਂ ਸ਼ਾਇਦ ਇਹ ਸਿਰਲੇਖ ਆਪਦੀ ਕਿਤਾਬ ਦਾ ਇਹੀ ਰੱਖਾਂ, ਜ਼ਮੀਰਾਂ ਸਸਤੀਆਂ ਵਿਕੀਆਂ। ਮੇਰੀ ਇਹ 6 ਮਹੀਨਿਆਂ ਦੇ ਵਿੱਚ ਇਹ ਕਿਤਾਬ ਜਿਹੜੀ ਪਾਠਕਾਂ ਦੇ ਸਾਹਮਣੇ ਹੋ ਜਾਏਗੀ। ਇਹ 'ਚ 71 ਗਜ਼ਲਾਂ ਜਿਹੜੀਆਂ ਮੈਂ ਸ਼ਾਮਲ ਕਰਾਂਗਾ। ਤੇ ਜੇ ਗੱਲ ਕਰੀਏ ਵੀ ਗੀਤ ਤੇ ਗਜ਼ਲ, ਤੇ ਇਹਦੇ ਵਿੱਚ ਕੀ ਡਿਫਰੈਂਸ ਹੁੰਦਾ ਹੈਗਾ? ਤਾਂ ਮਤਲਬ ਕਿੰਨਾ ਕੁ ਇੱਕ ਗਜ਼ਲ ਵਾਲਾ ਰਾਈਟਰ ਹੈਗਾ ਤਾਂ ਉਹਦੀ ਲਿਖਣੀ ਦੇ ਵਿੱਚ ਕਿੰਨਾ ਕੁ ਫਰਕ ਪੈ ਜਾਂਦਾ? ਮੈਂ ਇਹ ਕਹਾਂਗਾ ਕਿ ਪਹਿਲਾਂ ਤਾਂ ਤੁਹਾਡੇ ਸਵਾਲ ਦਾ ਜਵਾਬ ਇਹ ਦੇਵਾਂਗਾ ਇਹਨਾਂ 'ਚ ਫਰਕ ਕੀ ਹੈਗਾ ਹੈ। ਵੈਸੇ ਤਾਂ ਹਰ ਗਾਈ ਜਾਣ ਵਾਲੀ ਰਚਨਾ ਜਿਹੜੀ ਹੈਗੀ ਆ ਉਹ ਪ੍ਰਗੀਤ ਹੈਗੀ ਆ। ਗਜ਼ਲ ਵੀ ਜਿਹੜੀ ਆ ਪ੍ਰਗੀਤ ਦੇ ਹੇਠ ਆ ਜਾਂਦੀ ਹੈਗੀ ਆ। ਤਾਂ ਗਜ਼ਲ ਦੇ ਵਿੱਚ ਗੀਤ ਦੇ ਵਿੱਚ ਇੱਕੋ ਵਿਸ਼ਾ ਲਿਆ ਜਾਂਦਾ ਹੈ, ਸ਼ੁਰੂ ਦੇ ਵਿੱਚ ਜਿਹੜਾ ਸਥਾਈ ਹੁੰਦਾ ਹੈ ਉਹ ਤੋਂ ਲੈ ਕੇ ਅੰਤ ਤੱਕ। ਪਰ ਇਸ ਤੋਂ ਇਲਾਵਾ ਜਿਹੜਾ ਗਜ਼ਲ ਹੈਗੀ ਹੈ, ਇਸ ਦੇ ਉਲਟ ਇਹਦੇ ਵਿੱਚ ਡਿਫਰੈਂਟ ਵਿਸ਼ੇ ਹੁੰਦੇ ਹੈਗੇ। ਜੇ 7 ਸ਼ੇਅਰ ਹੈਗਾ ਤਾਂ 7 ਵਿਸ਼ੇ ਵੀ ਹੋ ਸਕਦੇ ਹੈਗੇ ਆ। ਤਾਂ ਇੱਕ ਵਿਸ਼ਾ ਵੀ ਹੋ ਸਕਦਾ ਜਿਹਨੂੰ ਮੁਸਲਸਲ ਗਜ਼ਲ ਕਿਹਾ ਜਾਂਦਾ ਹੈਗਾ। ਅੱਜ ਕੱਲ੍ਹ ਕਾਫੀ ਟਰੈਂਡ ਹੈਗਾ ਮੁਸਲਸਲ ਗਜ਼ਲ ਕਹਿਣ ਦਾ, ਪਰ ਜ਼ਿਆਦਾਤਰ ਜਿਹੜੀ ਗਜ਼ਲ ਹੈਗੀ ਆ ਉਹ ਇਸ ਤਰ੍ਹਾਂ ਦੀ ਵੀ ਲਿਖੀ ਜਾਂਦੀ ਹੈ ਕਿ ਹਰ ਗਜ਼ਲ ਸ਼ੇਅਰ ਦੇ ਵਿੱਚ ਵੱਖਰਾ ਭਾਵ ਆਵੇ। ਪਹਿਲੀ ਤੁਕ ਦੇ ਵਿੱਚ ਕਹਿ ਦਿਓ ਮਤਲਬ ਇੱਕ ਤਰ੍ਹਾਂ ਦੀ ਬੰਦੂਕ ਦੇ ਵਿੱਚ ਜਾਂ ਪਿਸਟਲ ਦੇ ਵਿੱਚ ਗੋਲੀ ਲੋਡ ਕਰ ਲਈ ਜਾਂਦੀ ਹੈ, ਤਾਂ ਦੂਸਰੇ ਦੇ ਵਿੱਚ ਘੋੜਾ ਦਬਾ ਦਿੱਤਾ ਜਾਂਦਾ ਹੈਗਾ। ਉਹਦੇ ਵਿੱਚ ਪੂਰਾ ਪ੍ਰਭਾਵ ਜਿਹੜਾ ਹੈਗਾ ਹੈ
ਦੂਸਰੀ ਤੁਕ ਦੇ ਵਿੱਚ ਜਾ ਕੇ ਪੈਂਦਾ ਹੈਗਾ ਹੈ। ਇਹਦੇ ਵਿੱਚ ਇੱਦਾਂ ਹੈਗਾ ਵੀ ਗੱਲ ਜਿਹੜੀ ਹੈਗੀ ਹੈ ਗਜ਼ਲ ਦੇ ਵਿੱਚ, ਗੀਤ ਦੇ ਵਿੱਚ ਸਿੱਧੀ ਗੱਲ ਕੀਤੀ ਜਾਂਦੀ ਹੈ, ਗਜ਼ਲ ਦੇ ਵਿੱਚ ਬਿੰਬਾਂ ਪ੍ਰਤੀਕਾਂ ਰਾਹੀਂ ਥੋੜ੍ਹਾ ਜਿਹਾ ਟੇਢੇ ਢੰਗ ਨਾਲ ਗੱਲ ਜਿਹੜੀ ਹੈਗੀ ਆ, ਥੋੜ੍ਹੀ ਜਿਹੀ ਸਿੰਬੋਲੀਕਲੀ ਗੱਲ ਜਿਹੜੀ ਹੈਗੀ ਹੈ ਪ੍ਰਤੀਕਾਤਮਕ ਢੰਗ ਨਾਲ ਕਹੀ ਜਾਂਦੀ ਹੈਗੀ ਆ, ਤਾਂ ਹੀ ਇਸ ਨੂੰ ਔਖੀ ਵਿਧਾ ਮੰਨਿਆ ਜਾਂਦਾ ਹੈਗਾ। ਪਰ ਇੰਨੀ ਵੀ ਔਖੀ ਨਹੀਂ ਗੀ ਇਹ ਕਿ ਸਮਝ ਨਾ ਆ ਸਕੇ। ਪਰ ਇਹ ਵੀ ਹੈ ਜੋ ਕੀ ਹੈ ਰਾਈਟਰ ਕੀ ਹੈ ਗਜ਼ਲਾਂ ਮਤਲਬ ਪੜ੍ਹਦਾ ਹੈ ਜਾਂ ਲਿਖਦਾ ਤਾਂ ਉਹ ਥੋੜ੍ਹਾ ਡੂੰਘਾ ਜਾਂਦਾ ਦੂਸਰੇ ਗੀਤਕਾਰਾਂ ਵੱਲੋਂ। ਹਾਂ ਬਿਲਕੁਲ, ਜਿਹੜੀ ਮੈਂ ਕਹਾਂਗਾ ਮੇਰੇ ਬਾਰੇ ਮਨਪ੍ਰੀਤ ਟਿਵਾਣਾ ਨੇ ਇੱਕ ਟਿੱਪਣੀ ਕੀਤੀ ਹੁਣੇ, ਮੇਰਾ ਇੱਕ ਸੋਵੀਨਰ ਛਪਿਆ ਰਿਟਾਇਰਮੈਂਟ 'ਤੇ, ਉਹਦੇ ਵਿੱਚ ਉਹਨੇ ਕਿਹਾ ਹੈਗਾ ਕਿ ਸੁਰਿੰਦਰਪ੍ਰੀਤ ਘਣੀਆਂ ਦੀਆਂ ਗਜ਼ਲਾਂ ਦੇ ਵਿੱਚ ਗੀਤਾਂ ਵਰਗੀ ਜਿਹੜੀ ਸਾਦਗੀ ਹੈਗੀ ਹੈ ਅਤੇ ਉਹਦੇ ਗੀਤਾਂ ਦੇ ਵਿੱਚ ਗਜ਼ਲਾਂ ਵਰਗੀ ਗਹਿਰਾਈ ਹੈਗੀ ਆ। ਤਾਂ ਮੈਂ ਉਸ ਦੇ ਹੀ ਜਵਾਬ, ਉਹਨੇ ਸਾਰੀ ਗੱਲ ਜਿਹੜੀ ਕਹਿ ਦਿੱਤੀ ਗਈ ਇਸ 'ਚ ਕਿ ਜਿਹੜਾ ਗੀਤਕਾਰ ਗਜ਼ਲ ਪੜ੍ਹਦਾ ਹੈ ਉਹਦੀ ਸ਼ਾਇਦ ਗੀਤਕਾਰੀ ਦੇ ਵਿੱਚ ਗਹਿਰਾਈ ਜ਼ਰੂਰ ਆਏਗੀ। ਜੇ ਗੀਤ 'ਚ ਗਹਿਰਾਈ ਹੋਵੇ ਤਾਂ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੁੰਦਾ ਹੈ, ਜੇ ਗਜ਼ਲ ਦੇ ਵਿੱਚ ਗਹਿਰਾਈ ਦੇ ਨਾਲ ਸਾਦਗੀ ਹੋਵੇ ਤਾਂ ਇਹ ਵੀ ਸੋਨੇ 'ਤੇ ਸੁਹਾਗੇ ਵਾਲਾ ਕੰਮ ਹੁੰਦਾ ਹੈਗਾ। ਤਾਂ ਮੇਰਾ ਮਤਲਬ ਹੈਗਾ ਵੀ ਗੀਤਾਂ ਦੇ ਗਜ਼ਲਾਂ ਦੇ ਵਿੱਚ ਸਾਦਗੀ ਹੋਣੀ ਚਾਹੀਦੀ ਹੈ ਗੀਤਾਂ ਵਰਗੀ। ਜਾਂ ਮਨਪ੍ਰੀਤ ਟਿਵਾਣੇ ਦਾ ਵਿਚਾਰ ਹੈਗਾ, ਮੈਂ ਉਸ ਦੇ ਟਿਵਾਣਾ ਸਾਹਿਬ ਦੇ ਵਿਚਾਰ ਨੂੰ ਹੀ ਦੀ ਹੋਈ ਪ੍ਰੋੜਤਾ ਕਰਦਾ ਹੈਗਾ। ਗੀਤਾਂ ਵਿੱਚ ਗਜ਼ਲਾਂ ਵਰਗੀ ਗਹਿਰਾਈ ਅਤੇ ਗਜ਼ਲਾਂ ਵਿੱਚ ਗੀਤਾਂ ਵਰਗੀ ਸਾਦਗੀ ਹੋਣੀ ਚਾਹੀਦੀ ਹੈ ਤਾਂ ਕਿ ਪਾਠਕ ਜਿਹੜੇ ਸਰੋਤੇ ਹੈਗੇ ਆ ਉਹਨੂੰ ਇੰਜੋਏ ਕਰ ਸਕਣ ਵਧੀਆ ਢੰਗ ਨਾਲ। ਇੱਕ ਮੇਰਾ ਕੁਐਸਚਨ ਹੈ ਕਿ ਐਕਚੁਅਲੀ ਬਹੁਤ ਸਾਰੇ ਲੋਕਾਂ ਦੇ ਵਿੱਚ ਆਪਾਂ ਗੀਤ ਸੁਣਦੇ ਹੈਗੇ ਆ, ਪਰ ਆਪਾਂ ਨੂੰ ਕਈ ਵਾਰ ਗਜ਼ਲਾਂ ਵੀ ਸੁਣਦੇ ਆ ਉਹਦਾ ਮੀਨਿੰਗ ਨਹੀਂ ਸਮਝ ਹੁੰਦਾ ਵੀ ਆਪਾਂ ਨੂੰ ਪਤਾ ਨਹੀਂ ਲੱਗਦਾ, ਬਟ ਉਹਨੂੰ ਇੰਜੋਏ ਬਹੁਤ ਕਰਦੇ ਆ ਉਸ ਚੀਜ਼ ਨੂੰ। ਅੱਜ ਦੇ ਜਿਹੜੇ ਫੇਮਸ ਰਾਈਟਰ ਜੀ, ਆਪਾਂ ਜੇ ਯੰਗਸਟਰਸ ਦੀ ਗੱਲ ਕਰੀਏ, ਹਰਮਨ ਜੀ, ਹਰਮਨ ਜਿਨ੍ਹਾਂ ਨੇ ਰਾਣੀ ਤੱਤ ਬਹੁਤ ਹੀ ਮਕਬੂਲ ਹੋਈ ਹੈ ਯੂਥ ਦੇ ਵਿੱਚ ਵੀ, ਹਰ ਇੱਕ ਪੰਜਾਬੀ ਉਹਨਾਂ ਦੀ ਇਸ ਪੁਸਤਕ ਦੇ ਵਿੱਚ ਜੋ ਵੀ ਲਿਖਿਆ ਉਹਨਾਂ ਵੱਲੋਂ ਤਾਂ ਬਹੁਤ ਪਿਆਰ ਉਹਨਾਂ ਨੂੰ ਮਿਲਿਆ ਹੈਗਾ। ਅਤੇ ਈਵਨ ਕਿ ਉਹਨਾਂ ਦਾ ਇੱਕ ਸੌਂਗ ਆਇਆ ਸੀਗਾ, ਤੁਹਾਨੂੰ ਵੀ ਯਾਦ ਹੋਣਾ ਗਿਆ, ਉਹਦਾ ਜਿਹੜੇ ਸੌਂਗ ਦੇ ਵਿੱਚ ਇੱਕ ਵਰਡ ਸੀਗਾ ਸੰਦਲੀ। ਤਾਂ ਕਾਫੀ ਕੁਐਸਚਨਸ ਇਹ ਦਿਮਾਗ ਦੇ ਵਿੱਚ ਸਭ ਨੂੰ ਕਲੀਅਰ ਹੋ ਜਾਊਗਾ ਉਹਦੇ ਵਿੱਚ ਕਿ ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ। ਤਾਂ ਇਹਦਾ ਮਤਲਬ ਕੀ ਅੱਜ ਕਾਫੀ ਜਾਣਿਆਂ ਨੂੰ ਕਲੀਅਰ ਹੋ ਜਾਊਗਾ। ਇਹ ਹਰਮਨ, ਪਹਿਲਾਂ ਤਾਂ ਮੈਂ ਹਰਮਨ ਦੀ ਰਾਣੀ ਤੱਤ ਬਾਰੇ ਉਹਨੂੰ ਸ਼ਾਬਾਸ਼ੀ ਦੇਣੀ ਚਾਹਾਂਗਾ। ਮੇਰੇ ਤੋਂ ਜੂਨੀਅਰ ਪੋਇਟ ਹੈਗਾ, ਬਹੁਤ ਅੱਛਾ ਲਿਖ ਰਿਹਾ ਹੈਗਾ। ਜਿੱਥੋਂ ਤੱਕ ਤੁਸੀਂ ਓਰੀਜਨਲਿਟੀ ਦੀ ਗੱਲ ਕੀਤੀ ਹੈ, ਕੁਛ ਲੋਕ ਹੁੰਦੇ ਆ ਜਨਮਜਾਤ ਹੀ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਓਰੀਜਨਲਿਟੀ ਹੁੰਦੀ ਹੈਗੀ ਆ, ਅਤੇ ਸ਼ਿਵ ਕੁਮਾਰ ਬਟਾਲਵੀ ਵਾਂਗੂ ਹਰਮਨ ਤੱਤ, ਰਾਣੀ ਤੱਤ ਅਤੇ ਸੁਖਵੀਰ ਸੂਹੇ ਅੱਖਰ, ਇਹ ਸਾਡੇ ਜਿਹੜੇ ਦੋ ਸ਼ਾਇਰ ਫੇਸਬੁੱਕ ਤੋਂ ਲੋਕਾਂ ਦੇ ਜ਼ੁਬਾਨ 'ਤੇ ਚੜ੍ਹੇ ਹੈਗੇ ਆ। ਤਾਂ ਇਹ ਸਾਡੀ ਮੁੱਖ ਧਾਰਾ ਦੇ ਲੇਖਕ ਹੈਗੇ ਆ, ਉਹਨਾਂ ਨੂੰ ਵੀ ਇਹਨਾਂ ਨੇ ਪ੍ਰਭਾਵਿਤ ਕੀਤਾ ਹੈਗਾ। ਡਾਕਟਰ ਸੁਰਜੀਤ ਪਾਤਰ ਕਹਿਣ ਤੋਂ ਭਾਵ ਮੇਰਾ ਵਿਜੇ ਵਿਵੇਕ ਆ, ਗੁਰਤੇਜ ਕੁਹਾਰ ਵਾਲਾ, ਮੈਨੂੰ ਵੀ ਇਹਨਾਂ ਦੋ ਸ਼ਾਇਰਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈਗਾ। ਤਾਂ ਇਹ ਜਿੱਥੋਂ ਤੱਕ ਸ਼ਬਦ ਤੁਸੀਂ ਕਹਿੰਦੇ ਆ ਵੀ ਸੰਦਲੀ ਸ਼ਬਦ ਦਾ ਕੀ ਮੀਨਿੰਗ ਹੈਗਾ ਹੈ, ਪਹਿਲੀ ਗੱਲ ਤਾਂ ਇਹ ਹੈਗਾ ਕਿ ਇਹ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਜਿਹੜਾ ਲੇਖਕ ਹੈਗਾ ਹੈ, ਇੱਥੇ ਇੱਕ ਬਹੁਤ ਵੱਡਾ ਮਤਲਬ ਗੈਪ ਵੀ ਹੈਗਾ ਹੈ। ਕਈ ਕਵਿਤਾ ਇਹ ਸੋਚਦੇ ਹੈਗੇ ਆ ਕਿ ਅਸੀਂ ਜੋ ਲਿਖਦੇ ਹੈਗੇ ਆ ਅਸੀਂ ਲਿਖਤਾ ਹੈਗਾ, ਜੇ ਸਾਨੂੰ ਸਮਝਣਾ ਹੈਗਾ ਪਾਠਕ ਸਾਡੇ ਕੱਦ ਤੱਕ ਆਵੇ, ਉਹ ਆਪ ਗਹਿਰਾ ਹੋਵੇ ਇਹ, ਤੇ ਅਸੀਂ ਨਹੀਂ ਪਾਠਕ ਨੂੰ ਜਾ ਕੇ ਅਸੀਂ ਕਿੱਥੇ ਕਿੱਥੇ ਸਾਡੀ ਰਚਨਾ ਜਾਏਗੀ, ਕਿੱਥੇ ਕਿੱਥੇ ਅਸੀਂ ਸਮਝਾਉਂਦੇ ਫਿਰਾਂਗੇ। ਇਸ ਕਰਕੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਹਰ ਰਚਨਾ ਹਰ ਪਾਠਕ ਵਾਸਤੇ ਹੁੰਦੀ ਵੀ ਨਹੀਂ। ਕੁਛ ਜਿਹੜਾ ਸਾਹਿਤ ਹੈਗਾ ਖਾਸ ਤਰ੍ਹਾਂ ਦਾ ਦੇ ਲੋਕਾਂ ਵਾਸਤੇ ਹੁੰਦਾ, ਅਤੇ ਕੁਛ ਆਮ ਜਿਹੜਾ ਜਿਹਨੂੰ ਆਪਾਂ ਲੋਕ ਸਾਹਿਤ ਕਹਿੰਦੇ ਹੈਗੇ ਆ। ਜਿੱਥੋਂ ਤੱਕ ਇਹ ਸੰਦਲੀ ਦਾ ਸ਼ਬਦ ਹੈਗਾ, ਇਹ ਇੱਕ ਅਲੰਕਾਰ ਵਰਤਿਆ ਹੈਗਾ, ਇੱਕ ਦੂਸਰਾ ਪ੍ਰਤੀਕ ਵਰਤਿਆ ਹੈਗਾ ਹਰਮਨ ਨੇ, ਜਿਹਦੀ ਕਿ ਤੁਲਨਾ ਉਹਨਾਂ ਨੇ ਸੰਦਲ ਦੀ ਲੱਕੜ, ਮਤਲਬ ਰੰਗ ਸੂਹੇ ਰੰਗਾਂ ਤੋਂ ਭਾਵ ਹੈ ਵੀ ਜਿਹਨਾਂ 'ਚ ਸੂਹੇ ਲਾਲੀ ਹੋਵੇ ਨੈਣਾ ਦੇ ਵਿੱਚ, ਤਾਂ ਉਹੇ ਜਿਹੇ ਨੈਣਾ ਦੇ ਵਿੱਚ ਨਾਮ ਮੇਰਾ ਜਿਹੜਾ ਹੈਗਾ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ। ਤਾਰੀਫ ਕੀਤੀ ਹੈਗੀ ਆ, ਨੈਣਾ ਦੀ ਤਾਰੀਫ ਕੀਤੀ ਹੈਗੀ ਆ। ਤਾਂ ਜੇ ਆਪਾਂ ਗੱਲ ਕਰੀਏ ਤੁਹਾਡੇ ਜਿਹੜੇ ਸਾਹਿਤ ਨੂੰ ਨੌਜਵਾਨਾਂ ਤੱਕ ਪਹੁੰਚਾਉਣ ਦੇ ਵਿੱਚ ਤੁਹਾਡੇ ਫਿਊਚਰ ਪਲਾਨਸ ਕੀ ਨੇ? ਫਿਊਚਰ ਪਲਾਨ ਤਾਂ ਸਾਡੇ ਕੋਲ ਇਹੀ ਪਲੇਟਫਾਰਮ ਹੈਗਾ। ਪਹਿਲਾਂ ਤਾਂ ਡਾਇਰੈਕਟ ਦਾ ਵੀ ਜ਼ਰੀਆ ਹੈਗਾ, ਮੈਨੂੰ ਜਿਹੜਾ ਵੀ ਕੋਈ ਲੇਖਕ ਨਵਾਂ ਰਾਈਟਰ ਜਿਹੜਾ ਹੈਗਾ ਹੈ ਮੇਰੇ ਤੱਕ ਪਹੁੰਚ ਕਰਦਾ ਹੈਗਾ, ਮੈਂ ਉਹਨੂੰ ਠੀਕ ਰਸਤਾ, ਜਿਨ੍ਹਾਂ ਰਸਤਿਆਂ 'ਤੇ ਮੈਂ ਤੁਰ ਕੇ ਇੱਥੋਂ ਤੱਕ ਛੋਟੇ ਵੱਡੇ ਮੁਕਾਮ ਤੱਕ ਪਹੁੰਚਿਆ ਹੈਗਾ, ਉਹ ਸਾਰੇ ਮੈਂ ਢੰਗ ਤਰੀਕੇ ਉਹਨਾਂ ਨੂੰ ਦੱਸਦਾ ਹੈਗਾ। ਦੂਸਰਾ ਤਰੀਕਾ ਇਹ ਹੈਗਾ ਕਿ ਸਾਡੀ ਸਭਾ ਜਿਹੜੀ ਹੈਗੀ ਹੈ ਪੰਜਾਬੀ ਸਾਹਿਤ ਸਭਾ ਬਠਿੰਡਾ, ਇਹ ਹੋਰ ਸਭਾਵਾਂ ਹਨ, ਜਿੱਥੇ ਵੀ ਉਹਨਾਂ ਦਾ ਜੀਅ ਕਰਦਾ ਉਹਨਾਂ ਨਾਲ ਉਹ ਜੁੜਨ,
ਤੇ ਜੇ ਜੁੜ ਨਹੀਂ ਸਕਦੇ ਤੇ ਚੰਗਾ ਸਾਹਿਤ ਪੜ੍ਹਨ, ਉਹ ਕਾਹਲ ਨਾ ਕਰਨ ਛਪਣ ਦੀ ਬਿਲਕੁਲ ਵੀ। ਆਪਦੇ ਸੀਨੇ ਦੌੜ ਨਹੀਂ ਹੋਣੀ ਚਾਹੀਦੀ। ਕਈ ਲੋਕ ਤਾਂ ਇਦਾਂ ਹੁੰਦਾ ਵੀ ਉਹ ਕਹਿੰਦੇ ਆ ਵੀ ਅਸੀਂ ਤਾਂ ਰਾਤ ਨੂੰ ਲਿਖ ਕੇ ਸਰਾਣੇ ਥੱਲੇ ਰੱਖ ਲੈਂਦੇ ਆ। ਪਹਿਲੀ ਗੱਲ ਤਾਂ ਕਈਆਂ ਨੂੰ ਇੰਨਾ ਸਬਰ ਵੀ ਨਹੀਂ ਹੁੰਦਾ ਵੀ ਸਰਾਣੇ ਥੱਲੇ ਵੀ ਰੱਖ ਲੈਣ, ਉਹ ਨਾਲ ਦੀ ਨਾਲ ਹੀ ਫੇਸਬੁੱਕ ਤੇ ਚਾੜ ਦਿੰਦੇ ਹੈਗੇ ਤੇ ਸਵੇਰ ਉੱਠ ਕੇ ਉਹ ਵਿਊਜ਼ ਦੇਖਦੇ ਹੈਗੇ ਵੀ ਕਿੰਨੇ ਹੋ ਗਏ ਹੈਗੇ। ਇਸ ਤਰ੍ਹਾਂ ਦੀ ਕਾਹਲੀ ਸਾਹਿਤ ਦੇ ਵਿੱਚ, ਸਾਹਿਤ ਵਿੱਚ ਸ਼ਾਰਟਕਟ ਨਹੀਂ ਹੁੰਦਾ ਗਾ। ਇਹ ਇੱਕ ਤਪੱਸਿਆ ਹੈਗਾ, ਇੱਕ ਲੰਬੀ ਸਾਧਨਾ ਹੈਗੀ ਆ ਭਗਤੀ ਵਾਂਗੂ ਇਹ। ਤਾਂ ਇਹਦੇ ਵਿੱਚ ਕੋਈ ਮਸ਼ਹੂਰ ਹੋਣ ਵਾਲੀ ਗੱਲ ਵੀ ਨਹੀਂ ਹੋਣੀ ਚਾਹੀਦੀ। ਜੋ ਤੁਹਾਡਾ ਸਾਹਿਤ ਲਿਖਣ ਦਾ, ਮੈਂ ਪਹਿਲਾਂ ਗੱਲ ਕੀਤੀ ਹੈਗੀ ਆ ਕਿ ਅਸੀਂ ਆਮ ਲੋਕਾਂ ਨੂੰ ਹੱਕ, ਸੱਚ, ਨਿਆਂ ਜਿਹੜਾ ਦਿਵਾਉਣਾ ਹੈਗਾ, ਜੋ ਉਹਨਾਂ ਨਾਲ ਜ਼ਿਆਦਤੀ ਹੋ ਰਹੀ ਹੈ, ਜੋ ਉਹਨਾਂ ਦੇ ਹੱਕ ਜਿਹੜੇ ਹੈਗੇ ਆ ਪੂੰਜੀਪਤੀ, ਸਰਮਾਏਦਾਰ, ਸ਼ਾਹੂਕਾਰ, ਜਗੀਰਦਾਰ ਖੋ ਰਹੇ ਹੈਗੇ ਆ, ਜਿਹੜਾ ਵਿਤਕਰਾ ਹੈਗਾ, ਡਿਸਪੈਰਿਟੀ ਹੈਗੀ ਆ, ਇਹ ਅਸੀਂ ਦੂਰ ਕਰਨੀ ਹੈਗੀ ਆ। ਮਤਲਬ ਇੱਕੋ ਤਰ੍ਹਾਂ ਦਾ ਹਰ ਇੱਕ ਕੋਲੇ ਸਾਧਨ ਹੋਣ, ਇਸ ਤਰ੍ਹਾਂ ਦਾ ਅਸੀਂ ਨਿਜ਼ਾਮ। ਬੇਗਮਪੁਰਾ ਰਵਿਦਾਸ ਦਾ ਜਿਹੜਾ ਸੰਕਲਪ ਹੈਗਾ, ਭਗਤ ਰਵਿਦਾਸ ਨੇ ਬੇਗਮਪੁਰਾ ਕਿਹਾ ਵੀ ਉਸ ਤਰ੍ਹਾਂ ਦਾ ਨਿਜ਼ਾਮ ਅਸੀਂ ਇੱਥੇ ਸਿਰਜਣਾ ਚਾਹੁੰਦੇ ਹਾਂ ਜਿੱਥੇ ਕਿਸੇ ਨੂੰ ਗਮ ਨਹੀਂ ਹੋਵੇਗਾ, ਹਰ ਲੋਕ ਖੁਸ਼ੀ ਪਹੁੰਚਣ। ਕਿਉਂਕਿ ਖੁਸ਼ੀਆਂ ਸਾਡੀਆਂ ਜਿਹੜੀਆਂ, ਉਹਨਾਂ ਨੂੰ ਜਿਹੜੇ ਆ ਹੁਣ ਕਾਲੇ ਕਾਨੂੰਨ ਹੈਗੇ ਆ, ਸਾਡੀਆਂ ਖੁਸ਼ੀਆਂ ਨੂੰ ਇੱਕ ਤਰ੍ਹਾਂ ਦੇ ਡੰਗ ਮਾਰਨ ਵਾਲੇ ਸੱਪ ਹੀ ਹੈਗੇ ਆ। ਹੋਰ ਕੀ ਹੈਗਾ? ਯੂਥ ਦੀ એનર્ਜੀ ਕਿਸੇ ਚੰਗੇ ਪਾਸੇ ਵੀ ਲੱਗ ਸਕਦੀ ਸੀ। ਬਿਲਕੁਲ ਤੇ 6 ਮਹੀਨਿਆਂ ਤੋਂ ਜਿਹੜਾ ਹੈਗਾ, ਸਾਲ ਤੋਂ ਜਿਹੜਾ ਯੂਥ ਉੱਤੇ ਬੈਠਾ ਹੈ, 3 ਮਹੀਨੇ 4 ਮਹੀਨੇ ਤਾਂ ਦਿੱਲੀ 'ਚ ਹੀ ਹੋ ਗਏ ਹੈਗੇ ਆ ਬੈਠਿਆਂ ਨੂੰ ਉਹਨਾਂ ਨੂੰ। ਤਾਂ ਉਹ એનર્ਜੀ ਉਹੀ ਉਹਨਾਂ ਦੀ ਪ੍ਰੋਡਕਟ ਕਿਸੇ ਕ੍ਰੀਏਟੀਵਿਟੀ ਤੇ ਲੱਗੇ, ਕਿਉਂ ਨਾ ਲੱਗੇ। ਪਰ ਇੱਕ ਗੱਲ ਚੰਗੀ ਵੀ ਜ਼ਰੂਰ ਹੋਈ। ਤਾਂ ਇਹਦੇ ਨਾਲ ਕੀ ਆਪਣੇ ਜਿਹੜਾ ਪੰਜਾਬ ਹੈਗੇ ਆ, ਹੋਰ ਵੀ ਜਿਹੜੇ ਪ੍ਰਾਂਤ ਹੈਗੇ ਆ, ਇਕੱਠੇ ਆਪਾਂ ਇੱਕ ਕਹਿੰਦਾ ਏਕਾ ਪਤਾ ਲੱਗ ਗਿਆ ਕਿ ਹੁਣ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਕੁਝ ਅਜਿਹਾ ਨਹੀਂ ਹੋਊਗਾ ਜੇ ਆਪਾਂ ਇਸ ਵਾਰੀ ਲੜਾਈ ਜਿੱਤ ਗਏ। ਸਾਨੂੰ ਚੰਗੇ ਮਾੜੇ ਦੀ ਜਿਹੜੀ ਪਰਖ ਹੁੰਦੀ ਆ ਹਰਮਨ, ਉਹ ਹੁੰਦੀ ਹੋਈ ਔਖੇ ਵੇਲੇ 'ਚ ਹੈਗੀ। ਸੌਖੇ ਵੇਲੇ ਤਾਂ ਹਰ ਇੱਕ ਬੰਦਾ ਹੀ ਤੁਹਾਡੇ ਨਾਲ ਖੜਦਾ ਹੈਗਾ, ਦੁੱਖ ਵੇਲੇ ਹੈਗਾ। ਹੁਣ ਜਦੋਂ ਕਿਸਾਨਾਂ ਤੇ ਦੁੱਖ ਦਾ ਸਮਾਂ ਆਇਆ ਹੈ, ਪਤਾ ਲੱਗ ਗਿਆ ਵੀ ਕੌਣ ਸਾਡੇ ਨਾਲ ਹੈਗਾ ਹੈ। ਸਮਾਂ ਆਏ ਤੋਂ ਕਹਿੰਦੇ ਹੈਗੇ ਹਰ ਇੱਕ ਪਰਖਿਆ ਜਾਂਦਾ ਵੀ ਕਿਹੜਾ ਸਾਡਾ ਮਿੱਤਰ ਹੈਗਾ, ਕਿਹੜਾ ਸਾਡਾ ਦੁਸ਼ਮਣ ਹੈਗਾ। ਅਸਲ ਮਿੱਤਰ ਦੀ ਪਛਾਣ ਔਖੇ ਵੇਲੇ ਹੁੰਦੀ ਹੈਗੀ ਆ। ਤਾਂ ਇਸ ਵਕਤ ਜੇ ਕਿਸਾਨਾਂ ਨਾਲ ਹਰ ਇੱਕ ਲੋਕ ਖੜੇ ਆ, ਹਰਿਆਣਾ ਵੀ ਖੜਾ, ਯੂਪੀ ਵੀ ਖੜਾ ਹੈਗਾ। ਲੜਾ ਰਹੇ ਸੀ, ਕੋਈ ਪਾਣੀ ਦਾ ਮੁੱਦਾ ਹੋ ਗਿਆ, ਕਦੇ ਕੋਈ ਮੁੱਦਾ ਹੋ ਗਿਆ, ਪਰ ਹੁਣ ਆਪਾਂ ਨੂੰ ਪਤਾ ਲੱਗਦਾ ਕਿ ਇਹ ਸਾਰੇ ਭਰਾ ਨੇ, ਕਿ ਸਾਰੇ ਇਕਜੁੱਟ ਹੋ ਕੇ ਇੱਥੇ ਖੜੇ ਨੇ। ਬਿਲਕੁਲ ਕਿਸਾਨਾਂ ਨੂੰ, ਹੁਣ ਕਿਸਾਨਾਂ ਦੇ ਮਾਮਲੇ ਦੇ ਵਿੱਚ ਹਰਿਆਣੇ ਨੂੰ ਭੜਕਾਇਆ ਗਿਆ ਵੀ ਤੁਸੀਂ SYL ਦਾ ਮੁੱਦਾ ਕਿਉਂ ਨਹੀਂ ਉਠਾਉਂਦੇ, ਤੁਹਾਡੇ ਤਾਂ ਪੰਜਾਬ ਪਾਣੀ ਤੇ ਛਾਪਾ ਮਾਰੀ ਬੈਠਾ ਹੈ। ਉਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ। ਉਹ ਕਹਿੰਦੇ ਸਾਡੇ 2 ਭਰਾਵਾਂ ਦੀ ਲੜਾਈ ਹੈਗੀ ਹੈ, ਪਹਿਲਾਂ ਅਸੀਂ ਇਹ ਬਿੱਲ ਵਾਪਸ ਕਰਾਵਾਂਗੇ, ਕਿਸਾਨ ਤੇ ਪਾਣੀ ਅਸੀਂ ਰਿਕੁਐਸਟਲੀ ਜਿਹੜਾ ਹੈਗਾ ਹੈ ਪਿਆਰ ਨਾਲ, ਮੁਹੱਬਤ ਨਾਲ ਮੰਗ ਲਵਾਂਗੇ। ਪੰਜਾਬ ਦੇ ਲੋਕਾਂ ਨੇ ਵੀ ਵੱਡਾ ਦਿਲ ਦਿਖਾਉਂਦਿਆਂ ਕਿਹਾ ਵੀ ਪਾਣੀ ਅਸੀਂ ਤੁਹਾਨੂੰ ਦੇਵਾਂਗੇ, ਕੋਈ ਤੋੜ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਤਰ੍ਹਾਂ ਸਮੇਂ ਸਿਰ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ, ਉਹ ਹੱਥ ਕੰਡੇ ਵਰਤਦੀਆਂ ਹੈਗੀਆਂ। ਹੁਣ ਕਿਸਾਨ ਸੰਘਰਸ਼ ਨੂੰ ਜਿਹੜਾ ਹੈਗਾ ਹੈ ਸਾਬੋਤਾਜ ਕਰਨ ਵਾਸਤੇ, ਇਹਨੂੰ ਤੋੜਨ ਵਾਸਤੇ, ਇਹਨੂੰ ਕਮਜ਼ੋਰ ਕਰਨ ਵਾਸਤੇ ਤੁਸੀਂ ਦੇਖੋ ਕਦੇ ਕਿਸੇ ਚੀਜ਼ ਦਾ ਸਹਾਰਾ ਲਿਆ ਜਾਂਦਾ, ਕਿਤੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾਂਦਾ, ਕਿਤੇ ਨਕਸਲਵਾਦੀ ਕਿਹਾ ਜਾਂਦਾ ਹੈਗਾ ਹੈ, ਕਿਤੇ ਖਾਲਸਤਾਨੀ ਕਿਹਾ ਜਾਂਦਾ ਹੈਗਾ ਹੈ, ਤੇ ਕਿਸੇ ਇਹਨਾਂ ਨੂੰ ਕਾਮਰੇਡ ਕਿਹਾ ਜਾਂਦਾ, ਖੱਬੇ ਪੱਖੀ ਤਰ੍ਹਾਂ ਦਾ ਇਹ ਕਿਹਾ ਜਾਂਦਾ ਵੀ ਕਿਸਾਨ ਬਗਲਾਏ ਹੋਏ ਹੈਗੇ ਆ। ਵੀ ਉਹ ਕਿਸਾਨ ਜਿਨ੍ਹਾਂ ਦੇ ਵਿੱਚ ਸਕਾਲਰ, ਜਿਨ੍ਹਾਂ ਨੇ ਟੇਬਲ ਟਾਕ ਤੇ ਜਿਹੜਾ ਤੋਮਰ ਹੈਗਾ ਹੈ ਖੇਤੀ ਮੰਤਰੀ ਜਾਂ ਹੋਰ ਜਿਹੜੇ ਮੰਤਰੀ ਸੀ, ਉਹਨਾਂ ਨੂੰ ਹਰਾ ਦਿੱਤਾ ਟੇਬਲ ਟਾਕ ਤੇ, ਉਹਨਾਂ ਨੂੰ ਜਵਾਬ ਨਾ ਆਏ, ਤਾਂ ਉਹਨਾਂ ਨੂੰ ਉਹਨਾਂ ਨੂੰ ਕੌਣ ਬਰਗਲਾ ਸਕਦਾ ਹੈਗਾ। ਉਹ ਬਹੁਤ ਪੜ੍ਹੇ ਲਿਖੇ, ਚੇਤਨ ਜਿਹੜੇ ਹੈਗੇ ਆ, ਰੌਸ਼ਨ ਦਿਮਾਗ ਲੋਕ ਹੈਗੇ ਆ। ਸੋ ਅੱਜ ਦੀ ਜੋ ਇੰਟਰਵਿਊ ਸੀ, ਆਪਾਂ ਨੂੰ ਪਤਾ ਲੱਗਿਆ ਕਿ ਸਾਹਿਤ ਦੇ ਨਾਲ ਜੁੜਨ ਦੇ ਨਾਲ ਕਿੰਨੀ ਕੁ ਇੱਕ ਨੌਜਵਾਨ ਦੇ ਵਿੱਚ ਜਾਂ ਹਰ ਇੱਕ ਵਰਗ ਦੇ ਜਿਹੜੇ ਲੋਕ ਹੈਗੇ ਆ, ਉਹਨਾਂ ਦੇ ਵਿੱਚ ਕਿੰਨੀ ਕੁ ਜਾਗਰੂਕਤਾ ਪੈਦਾ ਹੁੰਦੀ ਹੈਗੀ ਆ। ਤਾਂ ਅੱਜ ਤੁਸੀਂ ਜਾਂਦੇ ਕੋਈ ਹੋਰ ਆਪਣੀ ਗਜ਼ਲ, ਜਿਵੇਂ ਆਪਣੇ ਹੋਰ ਵੀ ਬਹੁਤ ਮੁੱਦੇ ਆ ਜਾਤ ਪਾਤ ਨਾਲ ਰਿਲੇਟਡ ਜਾਂ ਕਿਸਾਨੀ ਸੰਘਰਸ਼ ਤੇ, ਤੁਸੀਂ ਜ਼ਰੂਰ ਜਾਂਦੇ ਸਾਡੇ ਦਰਸ਼ਕਾਂ ਨੂੰ। ਤਾਂ ਮੈਂ ਜਿਵੇਂ ਪਹਿਲਾਂ ਕਿਹਾ ਹੈਗਾ, ਕੋਈ ਵੀ ਸ਼ਾਇਰ ਹੈਗਾ ਜਿਹੜਾ ਉਹ ਸਮੇਂ ਦੀਆਂ ਜਿਹੜੀਆਂ ਉੱਠੀਆਂ ਹੋਈਆਂ ਲਹਿਰਾਂ ਹੈਗੀਆਂ ਉਹ ਤੋਂ ਪ੍ਰਭਾਵਿਤ ਵੀ ਹੁੰਦਾ ਹੈ ਤੇ ਉਹਨੂੰ ਪ੍ਰਭਾਵਿਤ ਕਰਦਾ ਵੀ ਹੈਗਾ। ਮੈਨੂੰ ਵੀ ਇਸ ਲਹਿਰ ਨੇ ਪ੍ਰਭਾਵਿਤ ਕੀਤਾ ਤੇ ਉਸ ਲਹਿਰ ਤੋਂ ਜਿਹੜੀ ਕਿਸਾਨੀ ਸੰਘਰਸ਼ ਦੀ ਲਹਿਰ ਹੈਗੀ ਆ, ਮੂਵਮੈਂਟ ਹੈਗੀ ਆ, ਇਸ ਤੋਂ ਪ੍ਰਭਾਵਿਤ ਹੋ ਕੇ ਜਾਂ ਇਹਨੂੰ ਪ੍ਰਚੰਡ ਕਰਨ ਵਾਸਤੇ ਮੈਂ ਵੀ ਆਪਣਾ ਜਿਹੜਾ ਯੋਗਦਾਨ, ਮੈਂ ਜਿੱਥੇ ਧਰਨੇ ਮੁਜ਼ਾਹਰਿਆਂ ਤੇ ਗਿਆ ਉੱਥੇ ਆਪਦੀ ਕਲਮ ਨਾਲ ਵੀ ਇਹਦੇ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਬਹੁਤ ਵੱਡੇ ਪੱਧਰ ਤੇ ਇਸ ਤਰ੍ਹਾਂ ਦਾ ਲਿਟਰੇਚਰ ਆ ਰਿਹਾ ਤੇ ਮੈਂ ਵੀ ਕੁਛ ਰਚਨਾਵਾਂ ਲਿਖੀਆਂ, ਉਹਦੇ ਵਿੱਚੋਂ ਇੱਕ ਗੀਤ ਦੇ ਕੁਛ ਬੰਦ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ ਕਿ ਕੰਮ ਦੇਖ ਲਈ ਬੇਈਮਾਨਾਂ ਦੇ। ਇਸ ਗੀਤ ਬਾਰੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਇਹ 4 ਅਪ੍ਰੈਲ ਨੂੰ YouTube ਤੇ ਵੀ ਰਿਲੀਜ਼ ਹੋਇਆ ਹੈ, ਤਾਂ ਜਿਹਦਾ ਟਾਈਟਲ ਹੈਗਾ ਅੱਜ ਹੀ। ਤਾਂ ਇਹ ਖੁਸ਼ਦੀਪ ਰਾਣਾ
ਦਿੱਲੀ ਯੂਨੀਵਰਸਿਟੀ ਦੇ ਵਿੱਚ ਸੰਗੀਤ ਵਿਭਾਗ ਦਾ ਵਿਦਿਆਰਥੀ ਹੈਗਾ, ਉਸ ਦੀ ਆਵਾਜ਼ ਦੇ ਵਿੱਚ ਇਹ ਗੀਤ ਰਿਕਾਰਡ ਹੋਇਆ। ਤੁਸੀਂ YouTube ਤੇ ਇਹ ਗੀਤ ਖੁਸ਼ਦੀਪ ਰਾਣਾ ਦੀ ਆਵਾਜ਼ ਵਿੱਚ ਦੇਖ ਸਕਦੇ ਹੋ, ਸੁਣ ਸਕਦੇ ਹੋ। ਤਾਂ ਮੇਰੀ ਜ਼ੁਬਾਨੀ ਇਹ ਗੀਤ ਸੁਣੋ। ਕੰਮ ਦੇਖ ਲਏ ਬੇਈਮਾਨਾਂ ਦੇ, ਹੱਥ ਵੱਢ ਦਿੱਤੇ ਕਿਰਸਾਨਾਂ ਦੇ। ਕੰਮ ਦੇਖ ਲਏ ਬੇਈਮਾਨਾਂ ਦੇ, ਹੱਥ ਵੱਢ ਦਿੱਤੇ ਕਿਰਸਾਨਾਂ ਦੇ। ਸਭ ਰਣ ਤੱਤੇ ਵਿੱਚ ਆ ਜਾਓ, ਕਦ ਵੱਟ ਤੇ ਬੈਠਿਆਂ ਸਰਨਾ ਏ। ਜੇ ਬਚਣਾ ਅੱਜ ਹੀ ਮਰ ਜਾਓ, ਕੱਲ ਭੁੱਖਿਆਂ ਵੀ ਤਾਂ ਮਰਨਾ ਹੈ। ਕਿਤੇ ਕਲਮਾਂ ਵਾਲੇ ਹੱਥਾਂ ਨੂੰ ਇਹ ਜ਼ਾਲਮ ਕਲਮਾਂ ਕਰਦੇ ਨੇ, ਕਿਤੇ ਕਲਮਾਂ ਵਾਲੇ ਹੱਥਾਂ ਨੂੰ ਇਹ ਜ਼ਾਲਮ ਕਲਮਾਂ ਕਰਦੇ ਨੇ। ਲੱਤ ਢਿੱਡ ਤੇ ਮਾਰ ਕਿਸਾਨਾਂ ਦੀ, ਢਿੱਡ ਮਗਰਮੱਛਾਂ ਦਾ ਭਰਦੇ ਨੇ। ਸਾਡੇ ਮੂੰਹ ਚੋਂ ਬੁਰਕੀ ਖੋਹਣ ਲਈ, ਸਾਡੇ ਮੂੰਹ ਚੋਂ ਬੁਰਕੀ ਖੋਹਣ ਲਈ ਇਹਨਾਂ ਮਨ ਆਇਆ ਸਭ ਕਰਨਾ ਏ। ਜੇ ਬਚਣਾ ਅੱਜ ਹੀ ਮਰ ਜਾਓ, ਕੱਲ ਜਿਉਂਦਿਆਂ ਵੀ ਤਾਂ ਮਰਨਾ ਹੈ, ਕੱਲ ਭੁੱਖਿਆਂ ਵੀ ਤਾਂ ਮਰਨਾ ਹੈ। ਤਾਂ ਇਹਦਾ ਅਗਲਾ ਬੰਦ ਹੈ, ਹੱਕ ਸਾਡੇ ਖੋਹੇ ਜੋ ਇਹਨਾਂ, ਅਸੀਂ ਇੱਕ ਇੱਕ ਕਰਕੇ ਲੈਣਾ ਏ। ਕਈਆਂ ਤੇ ਕਲਮਾਂ ਵਾਲਿਆਂ ਨੂੰ ਇੰਜ ਇਕੱਠੇ ਹੋਣਾ ਪੈਣਾ ਏ। ਲਵੋ ਦਾਲ ਦਾਤੀਆਂ ਰੰਬਿਆਂ ਨੂੰ, ਲਵੋ ਨਾਲ ਦਾਤੀਆਂ ਰੰਬਿਆਂ ਨੂੰ। ਜੇ ਬਾਂਦਰ ਲੰਡਾ ਕਰਨਾ ਏ, ਜੇ ਬਚਣਾ ਅੱਜ ਹੀ ਮਰ ਜਾਓ, ਕੱਲ ਜਿਉਂਦਿਆਂ ਵੀ ਤਾਂ ਮਰਨਾ ਹੈ। ਆਖਰੀ ਬੰਦ ਹੈ, ਤਿੰਨ ਨਾਗ ਸਪੇਰਿਆਂ ਜੋ ਛੱਡੇ, ਇਹਨਾਂ ਹਰ ਬੰਦੇ ਨੂੰ ਦੱਸਣਾ ਏ। ਤਿੰਨ ਨਾਗ ਸਪੇਰਿਆਂ ਜੋ ਛੱਡੇ, ਇਹਨਾਂ ਹਰ ਬੰਦੇ ਨੂੰ ਦੱਸਣਾ ਏ। ਫੇਈਆਂ ਨਾ ਸਿਰੀਆਂ ਇਹਨਾਂ ਦੀਆਂ, ਸਾਨੂੰ ਦੁੱਲੇ ਕਿਹਨੇ ਦੱਸਣਾ ਏ। ਘਣੀਆਂ ਇਹ ਜ਼ਰਾ ਸੰਭਾਲ ਲਵੋ, ਸਿਰ ਪਗੜੀ ਹੈ ਜਾਂ ਪਰਨਾ ਹੈ। ਜੇ ਬਚਣਾ ਅੱਜ ਹੀ ਮਰ ਜਾਓ, ਕੱਲ ਜਿਉਂਦਿਆਂ ਵੀ ਤਾਂ ਮਰਨਾ ਹੈ। ਜੇ ਬਚਣਾ ਅੱਜ ਹੀ ਮਰ ਜਾਓ, ਕੱਲ ਭੁੱਖਿਆਂ ਵੀ ਤਾਂ ਮਰਨਾ ਹੈ। ਜੇ ਬਚਣਾ ਅੱਜ ਹੀ ਮਰ ਜਾਓ, ਕੱਲ ਭੁੱਖਿਆਂ ਵੀ ਤਾਂ ਮਰਨਾ ਹੈ। ਬਹੁਤ ਸਹੀ ਗੱਲ ਕੀ ਕਿ ਅੱਜ ਦੀ ਲੜਾਈ ਅਗਰ ਆਪਾਂ ਹੁਣ ਨਹੀਂ ਜਿੱਤੀ ਤਾਂ ਆਉਣ ਵਾਲੀ ਪੀੜ੍ਹੀਆਂ ਨੇ ਆਪਾਂ ਨੂੰ ਲਾਂਭਾ ਦੇਣਾ ਹੈ ਕਿ ਬਿਲਕੁਲ ਬਿਲਕੁਲ ਇਹੀ ਜਿਹੜੇ ਹੱਕ ਹੈ ਆਪਾਂ ਨੂੰ ਲੈਣੇ ਪੈਣਗੇ, ਚਾਹੇ ਕਿਸ ਤਰੀਕੇ ਨਾਲ ਵੀ ਲਈਏ। ਤੁਸੀਂ ਤਿੰਨ ਨਾਗਾਂ ਦੀ ਗੱਲ ਕੀਤੀ ਸੀਗੀ, ਇਹ ਤਿੰਨ ਕਾਲੇ ਕਾਨੂੰਨਾਂ ਨਾਲ ਦੀ ਨੂੰ ਮੈਂ ਤਿੰਨ ਨਾਗ ਕਿਹਾ ਹੈਗਾ। ਜਿਹੜੇ ਤਿੰਨ ਕਾਲੇ ਆਰਡੀਨੈਂਸ ਹੈਗੇ ਕਿਸਾਨਾਂ ਨਾਲ ਸੰਬੰਧਿਤ, ਤਾਂ ਇਹਨਾਂ ਨੂੰ ਤਿੰਨ ਜਿਹੜੇ ਹੈਗੇ ਆ ਨਾਗਾਂ ਨਾਲ ਮੈਂ ਤਸ਼ਬੀਹ ਦਿੱਤੀ ਹੈ। ਜਿਵੇਂ ਸੰਦਲੀ ਨੈਣਾ ਦੀ ਗੱਲ ਕੀਤੀ ਸੀ ਆਪਾਂ, ਇਹ ਇੱਕ ਪ੍ਰਤੀਕ ਵਰਤਿਆ ਹੈਗਾ ਉਹਨਾਂ ਵਾਸਤੇ। ਤਾਂ ਮੈਂ ਅਖੀਰ ਦੇ ਵਿੱਚ ਇੱਕ ਗੀਤ ਜਿਹੜਾ ਮੈਂ ਸਾਂਝੇ ਪੰਜਾਬ ਦੀ ਗੱਲ ਕਰਦਾ, ਇੱਕ ਹੇਰਵੇ ਦੀ ਗੱਲ ਕਰਦਾ, ਮੈਂ ਤਰੰਨਮ ਵਿੱਚ ਸੁਣਾਉਣ ਦੀ ਕੋਸ਼ਿਸ਼ ਕਰਾਂਗਾ ਤੁਹਾਨੂੰ। ਗੀਤ ਹੈ ਕਿ ਰਾਵੀ ਦੇ ਆ ਪਾਣੀਆਂ, ਰਾਵੀ ਦੇ ਆ ਪਾਣੀਆਂ, ਸਨੇਹਾ ਲੈ ਜਾ ਮੇਰਾ ਵੇ। ਰਾਵੀ ਦੇ ਆ ਪਾਣੀਆਂ, ਸਨੇਹਾ ਲੈ ਜਾ ਮੇਰਾ ਵੇ। ਕਲ ਕਲ ਵਹਿੰਦਾ ਰਹੇ, ਕਲ ਕਲ ਵਹਿੰਦਾ ਰਹੇ, ਪਾਣੀ ਸਦਾ ਤੇਰਾ ਵੇ। ਰਾਵੀ ਦੇ ਆ ਪਾਣੀਆਂ। ਬੁੱਲੇ ਦੀ ਮਜ਼ਾਰ ਤੇ ਜਾਂ ਚਾਦਰ ਚੜਾ ਦੇਵੀਂ, ਬੁੱਲੇ ਦੀ ਮਜ਼ਾਰ ਤੇ ਜਾਂ ਚਾਦਰ ਚੜਾ ਦੇਵੀਂ। ਬਾਰਿਸ਼ਾਂ ਨੂੰ ਜਾ ਕੇ ਮੇਰੇ ਜ਼ਖਮ ਦਿਖਾ ਦੇਵੀਂ, ਬਾਰਿਸ਼ਾਂ ਨੂੰ ਜਾ ਕੇ ਮੇਰੇ ਜ਼ਖਮ ਦਿਖਾ ਦੇਵੀਂ। ਫਿਰ ਜਾਈ ਉੱਥੇ, ਫਿਰ ਜਾਈ ਉੱਥੇ ਜਿੱਥੇ ਰਾਂਝਣੇ ਦਾ ਡੇਰਾ ਵੇ। ਰਾਵੀ ਦੇ ਆ ਪਾਣੀਆਂ, ਰਾਵੀ ਦੇ ਆ ਪਾਣੀਆਂ। ਪਾਣੀ ਜਾ ਕੇ ਨਾਨਕ ਦੇ ਖੇਤਾਂ ਨੂੰ ਲਗਾਵੀਂ ਤੂੰ, ਪਾਣੀ ਜਾ ਕੇ ਨਾਨਕ ਦੇ ਖੇਤਾਂ ਨੂੰ ਲਗਾਵੀਂ ਤੂੰ। ਪੰਜਾ ਸਾਹਿਬ ਜਾ ਕੇ ਫੇਰ ਮੱਥਾ ਟੇਕ ਆਵੀਂ ਤੂੰ, ਪੰਜਾ ਸਾਹਿਬ ਜਾ ਕੇ ਫੇਰ ਮੱਥਾ ਟੇਕ ਆਵੀਂ ਤੂੰ। ਸਾਈਂ ਮੀਆਂ ਮੀਰ ਨੂੰ, ਸਾਈਂ ਮੀਆਂ ਮੀਰ ਨੂੰ ਸਲਾਮ ਆਖੀ ਮੇਰਾ ਵੇ। ਰਾਵੀ ਦੇ ਆ ਪਾਣੀਆਂ, ਰਾਵੀ ਦੇ ਆ ਪਾਣੀਆਂ। ਬਹੁਤ ਹੀ ਕਾਬਲੇ ਗੌਰ ਬੰਦ ਹੈ ਕਿ ਰੇਸ਼ਮਾਂ ਨੂੰ ਲਤਾ ਦਾ ਕੋਈ ਗੀਤ ਵੀ ਸੁਣਾ ਦੇਵੀਂ। ਰੇਸ਼ਮਾਂ ਨੂੰ ਲਤਾ ਦਾ ਕੋਈ ਗੀਤ ਵੀ ਸੁਣਾ ਦੇਵੀਂ। ਸ਼ਿਵ ਤੇ ਉਦਾਸੀ ਸਾਰੇ ਲੋਕਾਂ ਨੂੰ ਪੜਾ ਦੇਵੀਂ, ਸ਼ਿਵ ਤੇ ਉਦਾਸੀ ਸਾਰੇ ਲੋਕਾਂ ਨੂੰ ਪੜਾ ਦੇਵੀਂ। ਨਜ਼ਮੀ ਨੂੰ ਆਖੀ ਸਾਡੇ, ਨਜ਼ਮੀ ਨੂੰ ਆਖੀ ਸਾਡੇ ਵੇੜੇ ਪਾ ਫੇਰਾ ਵੇ। ਰਾਵੀ ਦੇ ਆ ਪਾਣੀਆਂ, ਰਾਵੀ ਦੇ ਆ ਪਾਣੀਆਂ।
ਹਕੂਮਤਾਂ ਦੇ ਅੱਗੇ ਵੀ ਜਾ ਕਰੀ ਮੇਰੀ ਜੋਦੜੀ, ਹਕੂਮਤਾਂ ਦੇ ਅੱਗੇ ਵੀ ਜਾ ਕਰੀ ਮੇਰੀ ਜੋਦੜੀ, ਸਾਂਝਾਂ ਵਾਲੀ ਲੀਰਾਂ ਲੀਰਾਂ ਕਰੋਂ ਕਾਤੋਂ ਗੋਦੜੀ, ਸਾਂਝਾਂ ਵਾਲੀ ਲੀਰਾਂ ਲੀਰਾਂ ਕਰੋਂ ਕਾਤੋਂ ਗੋਦੜੀ, ਆਖੀ ਬਸ ਕਰੋ ਖੂਨ, ਆਖੀ ਬਸ ਕਰੋ ਖੂਨ, ਡੁੱਲਿਆ ਬਥੇਰਾ ਵੇ ਰਾਵੀ ਦੇ ਪਾਣੀਆਂ, ਰਾਵੀ ਦੇ ਪਾਣੀਆਂ। ਆਖਰੀ ਅੰਤਰਾ ਹੈ ਕਿ ਖੰਜਰਾਂ ਦੀ ਥਾਂ ਹੱਥੀਂ ਵੰਜਲੀਆਂ ਫੜੋਏ, ਖੰਜਰਾਂ ਦੀ ਥਾਂ ਹੱਥੀਂ ਵੰਜਲੀਆਂ ਫੜੋਏ, ਲੜਨਾ ਹੀ ਹੈ ਤਾਂ ਭੁੱਖ ਨੰਗ ਨਾਲ ਲੜੋਏ, ਲੜਨਾ ਹੀ ਹੈ ਤਾਂ ਭੁੱਖ ਨੰਗ ਨਾਲ ਲੜੋਏ। ਕਣੀਏ ਦੇ ਵਿਹੜੇ ਚੜੇ, ਕਣੀਏ ਦੇ ਵਿਹੜੇ ਚੜੇ, ਨਵਾਂ ਕੋਈ ਸਵੇਰਾ ਵੇ ਰਾਵੀ ਦੇ ਪਾਣੀਆਂ, ਰਾਵੀ ਦੇ ਪਾਣੀਆਂ। ਸੁਨੇਹਾ ਲੈ ਜਾ ਮੇਰਾ ਵੇ ਕਲ ਕਲ ਵਹਿੰਦਾ ਰਹੇ, ਕਲ ਕਲ ਵਹਿੰਦਾ ਰਹੇ, ਪਾਣੀ ਸਦਾ ਤੇਰਾ ਵੇ ਰਾਵੀ ਦੇ ਪਾਣੀਆਂ, ਰਾਵੀ ਦੇ ਪਾਣੀਆਂ। ਪਤਾ ਤੁਹਾਡੇ ਗੀਤ ਤੋਂ ਪਤਾ ਲੱਗਦਾ ਹੈ ਕਿ ਕਿੰਨਾ ਤੁਸੀਂ ਡੂੰਘਾ ਕਾਫੀ ਰਾਈਟਰਸ ਨੂੰ ਪੜ੍ਹਿਆ ਹੋਇਆ ਹੈਗਾ, ਤੇ ਇਹ ਮਿਸਾਲ ਵੀ ਹੈ ਕਿ ਇੱਕ ਕੀ ਕਹਿੰਦੇ ਹੁੰਦੇ ਕਿ ਜਿਹੜੇ ਨਵੇਂ ਰਾਈਟਰਸ ਦੇ ਲਈ ਕਿ ਕਿੰਨਾ ਪੜ੍ਹਨਾ ਜ਼ਰੂਰੀ ਹੈ। ਭਗਤ ਸਿੰਘ ਕਹਿੰਦੇ ਉਹੀ ਨਹੀਂ ਵੀ ਜੇਲ੍ਹ ਦੇ ਵਿੱਚ ਸੀਗਾ ਜਦੋਂ ਵੀ ਉਹ ਪੰਨਾ ਜਿਹੜਾ ਮੋੜ ਕੇ ਰੱਖ ਗਿਆ ਸੀ, ਉਹ ਆਪਾਂ ਨੂੰ ਇੱਕ ਬਹੁਤ ਹੀ ਵਧੀਆ ਸੰਦੇਸ਼ ਦੇ ਕੇ ਗਿਆ ਸੀ ਕਿ ਇਸ ਤੋਂ ਬਾਅਦ ਕਿ ਆਉਣ ਵਾਲੀ ਪੀੜ੍ਹੀਆਂ ਨੇ ਪੜ੍ਹਨਾ ਵੀ ਜਿੰਨੀ ਕਿਤਾਬ ਰਹਿ ਗਈ ਆ ਨਾ, ਇਹ ਲੈਨਨ ਦੀ ਜੀਵਨੀ ਪੜ੍ਹ ਰਹੇ ਸੀ ਭਗਤ ਸਿੰਘ, ਕਿ ਇਸ ਤੋਂ ਬਾਅਦ ਜਿਹੜਾ ਕੰਮ ਸਿੰਬੋਲੀਕਲੀ ਸੀ, ਉਹ ਤਾਂ ਅਸਲ ਵਿੱਚ ਭਗਤ ਸਿੰਘ ਕਹਿਣਾ ਇਹ ਚਾਹੁੰਦਾ ਸੀ ਵੀ ਜਿਹੜਾ ਕੰਮ ਮੈਥੋਂ ਨਹੀਂ, ਕਿਉਂਕਿ ਉਹ ਸਮਾਜਵਾਦੀ ਸਰਕਾਰ ਸਥਾਪਿਤ ਕਰਨੀ ਚਾਹੁੰਦਾ ਸੀ ਇੱਥੇ, ਜਿਹੜੀ ਇਸ ਵਕਤ ਪੂੰਜੀਵਾਦ ਹੈ ਨਾ, ਜੇ ਭਗਤ ਸਿੰਘ ਜਿਉਂਦਾ ਹੁੰਦਾ ਤਾਂ ਸਮਾਜਵਾਦੀ ਸਰਕਾਰ ਹੁੰਦੀ। ਉਹਦਾ ਮਤਲਬ ਸੀਗਾ ਕਿ ਹਜੇ ਜਿਹੜੀ ਆਜ਼ਾਦੀ ਦਾ ਅਸੀਂ ਲੈ ਲਵਾਂਗੇ ਇਹ ਬਹੁਤ ਛੋਟਾ ਕੰਮ ਹੈਗਾ ਹੈ, ਪਰ ਜਿਹੜਾ ਸਮਾਜਵਾਦ ਸਥਾਪਿਤ ਕਰਨਾ ਇਹ ਬਹੁਤ ਵੱਡਾ ਕੰਮ ਹੈਗਾ, ਇਹ ਮੈਂ ਤੁਹਾਡੇ ਤੇ ਛੱਡ ਚੱਲਿਆ ਹਾਂ। ਜਿਹੜੀ ਬਾਕੀ ਕਿਤਾਬ ਰਹਿੰਦੀ ਸੀਗੀ ਉਹ ਭਗਤ ਸਿੰਘ ਦੇ ਅਧੂਰੇ ਕਾਰਜਾਂ ਦਾ ਇੱਕ ਪ੍ਰਤੀਕ ਸੀਗੀ ਕਿ ਤੁਸੀਂ ਬਾਕੀ ਕੰਮ ਜਿਹੜੇ ਮੈਥੋਂ ਰਹਿ ਗਏ ਉਹ ਤੁਸੀਂ ਕਰਨੇ ਹੈਗੇ ਬਾਅਦ ਦੇ ਵਿੱਚ। ਸੋ ਜ਼ਰੂਰੀ ਹੈ ਕਿ ਉਹਦੀ ਜਿਹੜੀ ਆਪਾਂ ਦੇਖਦੇ ਹਾਂ ਕਿ ਗੱਡੀਆਂ ਦੇ ਵਿੱਚ ਫੋਟੋ ਲੱਗੀ ਹੁੰਦੀ ਹੈ ਬੰਦੂਕ ਦੇ ਨਾਲ, ਇਕੱਲੀ ਉਹੀ ਨਹੀਂ ਕਾਪੀ ਕਰਨੀ, ਕਿ ਉਹਦਾ ਜਿਹੜਾ ਸੰਦੇਸ਼ ਸੀਗਾ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਹਰ ਇੱਕ ਵਰਗ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ ਅਗਰ ਆਪਾਂ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਾਂ। ਸੋ ਸਾਰੇ ਐਮ ਲਾਈਵ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਥੈਂਕ ਯੂ। ਮੇਰੇ ਵੱਲੋਂ ਵੀ ਐਮ ਲਾਈਵ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।